हेलो एवरीवन, वेलकम टू ऑल ऑन पंजाब मैंटर यूट्यूब चैनल। सो जिस तरह ਤੁਹਾਨੂੰ ਇਸ ਚੈਨਲ ਤੇ ETT 994 ਜਿਹੜੀਆਂ ਪੋਸਟਸ ਅਪਕਮਿੰਗ ਆਊਟ ਹੋਣਗੀਆਂ, ਸੋ ਉਹਨਾਂ ਨੂੰ ਲੈ ਕੇ ਤੁਹਾਨੂੰ ਆਪਾਂ ਮਨਸੂਰੇਸ਼ਨ ਦੀਆਂ ਕਲਾਸਿਸ ਪ੍ਰੋਵਾਈਡ ਕਰ ਰਹੇ ਹਾਂ। ਤੁਹਾਡੇ ਐਗਜ਼ਾਮ ਦੇ ਲਈ ਇਹ ਕਲਾਸਿਸ ਬਹੁਤ ਇੰਪੋਰਟੈਂਟ ਨੇ, ਠੀਕ ਹੈ, ਕਿਉਂਕਿ ਤੁਹਾਡਾ ਜਿਹੜਾ ਹੁਣ ਦਾ ਟਾਈਮ ਹੈਗਾਗਾ ਜਿਹੜੇ ਕੈਂਡੀਡੇਟਸ ਦਾ ਪੀਐਸ ਟੈਟ ਫਸਟ ਐਗਜ਼ਾਮ क्रैक हो चुका है, प्लीज़ इन्होंने क्लासेस ਨੂੰ जरूर अटेंड करना, ठीक है, टाइम चो टाइम कट के जरूर अटेंड करना, क्योंकि ਤੁਹਾਡੇ एग्जाम ਦੇ ਲਈ ਤੁਹਾਡਾ ਇੱਕ ਨੰਬਰ इंपॉर्टेंट हैगा, ठीक है। तो कोई भी नंबर अपना स्किप ना करो, अपना टाइम वेस्ट ना करो, ठीक है। तो क्योंकि कई कैंਡੀਡੇਟ कह ਦਿੰਦੇ ਹਨ कि मैथ ਤਾਂ ਆਪਾਂ ਚਲੋ ਇਦਾਂ ਹੀ ਕਰ ਦੇਵਾਂਗੇ, ਇਹ ਨਹੀਂ ਆਪਾਂ ਪੜ੍ਹਦੇ, ਤਾਂ ਤੁੱਕਿਆਂ ਨਾਲ ਤੁਸੀਂ 4 ਨੰਬਰ ਲੈ ਜਾਵੋਗੇ, 5 ਨੰਬਰ ਲੈ ਜਾਵੋਗੇ, ਬਟ ਜਿਹੜੀ ਚੀਜ਼ ਤੁਸੀਂ ਇੱਕ ਵਾਰੀ ਰੀਡ ਕਰ ਲਈ, ਠੀਕ ਹੈ। ਐਂਡ ਜਿਹੜਾ ਮੈਥ ਸਬਜੈਕਟ ਹੈਗਾ ਨਾ, ਇੱਥੋਂ ਤੁਸੀਂ ਸਕੋਰ ਕਰ ਸਕਦੇ ਹੋ, ਠੀਕ ਹੈ। ਮੈਥ ਦੇ ਵਿੱਚ ਜੇਕਰ ਤੁਸੀਂ ਕੋਈ ਚੀਜ਼ ਸਿੱਖ ਚੁੱਕੇ ਹੋ ਤਾਂ ਤੁਸੀਂ ਸਕੋਰ ਕਰ ਸਕਦੇ ਹੋ, ਠੀਕ ਹੈ। ਤੇ ਇੰਪੋਰਟੈਂਟ ਨੇ ਤੁਹਾਡੇ ਐਗਜ਼ਾਮ ਲਈ ਕਲਾਸਿਸ, ਠੀਕ ਹੈ। ਪਲੀਜ਼ ਜ਼ਰੂਰ ਅਟੈਂਡ ਕਰੋ, ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਕਿੱਦਾਂ ਦੀ ਕਲਾਸ ਲੱਗੀ, ਠੀਕ ਹੈ। ਇਸ ਤਰ੍ਹਾਂ ਤੁਹਾਡੇ ਲਈ ਹੋਰ ਵੀ ਬਹੁਤ ਸਾਰੀਆਂ ਆਪਾਂ ਤੁਹਾਡਾ ਜਿਹੜਾ ਸੈਕਿੰਡ ਐਗਜ਼ਾਮ ਹੈਗਾ ETT ਦਾ 994 ਪੋਸਟ ਦਾ ਸਕਰੀਨਿੰਗ ਟੈਸਟ ਹੈਗਾ, ਉਸ ਲਈ ਹੋਰ ਵੀ ਬਹੁਤ ਸਾਰੀਆਂ ਤੁਹਾਨੂੰ ਕਲਾਸਿਸ ਪ੍ਰੋਵਾਈਡ ਕਰਾਂਗੇ, ਠੀਕ ਹੈ। ਸੋ ਟਾਈਮ ਨਾ ਵੇਸਟ ਕਰਦੇ ਹੋਏ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਕਲਾਸ। ਵੀਡੀਓ ਨੂੰ ਲਾਈਕ ਸਾਰੇ ਜਾਣੇ ਕਰ ਦਿਓ ਜੀ, ਠੀਕ ਹੈ, ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ। ਚਲੋ ਜੀ, ਸੋ ਹੁਣ ਤੱਕ ਆਪਣੀਆਂ ਓਨਲੀ 2 ਕਲਾਸਾਂ ਹੋਈਆਂ ਨੇ, ਠੀਕ ਹੈ। 2 ਕਲਾਸਾਂ ਦੇ ਵਿੱਚ ਓਨਲੀ ਮੈਂ ਤੁਹਾਨੂੰ ਰੈਕਟੈਂਗਲ ਐਂਡ ਸਕੁਅਰ 2 ਚੀਜ਼ਾਂ ਕਰਵਾਈਆਂ ਨੇ, ਠੀਕ ਹੈ। ਤਾਂ ਜੇਕਰ ਤੁਸੀਂ ਉਹ ਕਲਾਸਾਂ ਨਹੀਂ ਦੇਖੀਆਂ, ਇਹ ਕਲਾਸ ਲਗਾਉਣ ਦਾ ਕੋਈ ਫਾਇਦਾ ਨਹੀਂ, ਠੀਕ ਹੈ, ਕਿਉਂਕਿ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਟੀਜ਼ ਦੱਸੀਆਂ ਨੇ ਵੀ ਇੱਕ ਰੈਕਟੈਂਗਲ ਹੁੰਦੀ ਹੈ, ਇਸ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ, ਇੱਕ ਸਕੁਅਰ ਹੁੰਦਾ ਹੈ, ਇਸ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ। ਤਾਂ ਇੰਪੋਰਟੈਂਟ ਨੇ ਕਲਾਸਿਸ ਲਗਾਉਣੀਆਂ, ਜ਼ਰੂਰ ਉਹਨਾਂ ਨੂੰ ਅਟੈਂਡ ਕਰੋ, ਠੀਕ ਹੈ। ਪਲੇਲਿਸਟ ਬਣ ਚੁੱਕੀ ਹੈ। ਸੋ ਅੱਜ ਦਾ ਕੁਐਸਚਨ ਨੰਬਰ 21 ਹੈਗਾ। ਇਸ ਕੁਐਸਚਨ ਵਿੱਚ ਕੀ ਕਿਹਾ ਗਿਆ ਦੇਖੋ, ਲਿਖਿਆ ਇੰਗਲਿਸ਼ ਵਿੱਚ, ਮੈਂ ਤੁਹਾਨੂੰ ਪੰਜਾਬੀ ਵਿੱਚ ਦੱਸਾਂਗਾ। ਸਭ ਤੋਂ ਪਹਿਲਾਂ ਆਪਾਂ ਰੀਡ ਕਰਦੇ ਹਾਂ। What would be the area of square whose diagonal measure 28 ਮੀਟਰ। ਇਹ ਕਹਿੰਦੇ ਵੀ ਇੱਕ ਸਕੁਅਰ ਦਾ ਏਰੀਆ ਕੀ ਹੋਵੇਗਾ ਜੇਕਰ ਉਸ ਦਾ ਡਾਇਗਨਲ 28 ਮੀਟਰ ਦਾ ਹੈ। ਸਮਝ ਗਏ ਜੀ, ਦੁਬਾਰਾ ਫਿਰ ਬੋਲ ਦਿੰਦਾ। ਇਹ ਕਹਿੰਦੇ ਇੱਕ ਸਕੁਅਰ ਦਾ ਏਰੀਆ ਕੀ ਹੋਵੇਗਾ ਜੇਕਰ ਉਸ ਦਾ ਡਾਇਗਨਲ 28 ਮੀਟਰ ਹੈ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਸਕੁਅਰ ਨੂੰ ਡਰਾ ਕਰਦੇ ਹਾਂ, ਠੀਕ ਹੈ। ਇਹ ਆਪਣੇ ਕੋਲ ਇੱਕ ਸਕੁਅਰ ਹੈ। ਸਭ ਤੋਂ ਪਹਿਲਾਂ ਆਪਾਂ ਇਸ ਨੂੰ ਪਿਕਚਰ ਨਾਲ ਇਹ ਆਪਣਾ ਇੱਕ ਸਕੁਅਰ ਹੈ, ਠੀਕ ਹੈ। ਇਹ ਆਪਣਾ ਇੱਕ ਸਕੁਅਰ ਹੈ, ਠੀਕ ਹੈ। ਤਾਂ ਇਹਨਾਂ ਨੇ ਆਪਾਂ ਨੂੰ ਸਵਾਲ ਦੇ ਵਿੱਚ ਕੀ ਇਹ ਕਹਿੰਦੇ ਵੀ ਇੱਕ ਸਕੁਅਰ ਦਾ ਡਾਇਗਨਲ 28 ਮੀਟਰ ਦਾ ਹੈ, ਠੀਕ ਹੈ। ਇਹਨਾਂ ਦੁਆਰਾ ਕਿਹਾ ਗਿਆ ਇੱਕ ਸਕੁਅਰ ਦਾ ਜਿਹੜਾ ਡਾਇਗਨਲ ਹੈਗਾ, ਮੈਂ ਤੁਹਾਨੂੰ ਦੱਸਿਆਗਾ ਜਿਹੜਾ ਖੂੰਜੇ ਤੋਂ ਖੂੰਜਾ ਕੱਟ ਕਰਦਾ ਹੈ, ਇਸ ਨੂੰ ਆਪਾਂ ਡਾਇਗਨਲ ਕਹਿੰਦੇ ਆ, ਠੀਕ ਹੈ। ਇਹ ਕਹਿੰਦੇ ਡਾਇਗਨਲ ਹੈ ਜਿਹੜਾ ਉਹ 28 ਮੀਟਰ ਦਾ ਹੈ, ਠੀਕ ਹੈ। ਤਾਂ ਇਹਨਾਂ ਦੁਆਰਾ ਆਪਾਂ ਨੂੰ ਕਿਹਾ ਗਿਆ ਜਿਹੜਾ ਡਾਇਗਨਲ ਹੈਗਾ ਇਹ 28 ਮੀਟਰ ਦਾ ਹੈ, ਠੀਕ ਹੈ ਜੀ। ਤਾਂ ਇਹ ਕਹਿੰਦੇ ਵੀ ਹੁਣ ਫਾਈਂਡ ਕਰਨਾ ਹੈ ਆਪਾਂ ਜਿਹੜਾ ਇਹ ਸਕੁਅਰ ਹੈਗਾ ਇਸ ਦਾ ਏਰੀਆ ਕੀ ਹੋਵੇਗਾ, ਠੀਕ ਹੈ। ਤਾਂ ਤੁਹਾਨੂੰ ਸਕੁਅਰ ਦੇ ਏਰੀਏ ਦਾ ਫਾਰਮੂਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ। ਖੇਤਰਫਲ ਦਾ ਜਿਹੜਾ ਫਾਰਮੂਲਾ ਹੁੰਦਾ ਜੀ ਉਹ ਹੁੰਦਾ ਹੈਗਾ ਸਾਈਡ ਸਕੁਅਰ, ਠੀਕ ਹੈ। ਇਸ ਦਾ ਫਾਰਮੂਲਾ ਹੁੰਦਾ ਹੈ। ਤਾਂ ਹੁਣ ਤੁਹਾਨੂੰ ਲੋੜ ਕਿਸ ਚੀਜ਼ ਦੀ ਹੈ? ਤੁਹਾਨੂੰ ਲੋੜ ਹੈ ਜੀ ਸਾਈਡ ਦੀ, ਵੀ ਆਪਾਂ ਸਾਈਡ ਕਿਸ ਤਰੀਕੇ ਨਾਲ ਕੱਢੀਏ ਕਿ ਆਪਣਾ ਜਿਹੜਾ ਸਵਾਲ ਜਲਦੀ ਤੋਂ ਜਲਦੀ ਨਿਕਲ ਜਾਵੇ, ਠੀਕ ਹੈ। ਤਾਂ ਜੇਕਰ ਤੁਸੀਂ ਪਿਛਲੀ ਕਲਾਸ ਵਿੱਚ ਨਹੀਂ ਦੇਖੀ ਤਾਂ ਤੁਹਾਨੂੰ ਇਸ ਕਲਾਸ ਵਿੱਚ ਦਿੱਕਤ ਆਵੇਗੀ। ਮੈਂ ਪਹਿਲਾਂ ਕਹਿ ਰਿਹਾ ਕਿਉਂ ਆਵੇਗੀ, ਕਿਉਂਕਿ ਕੱਲ ਵਾਲੀ ਕਲਾਸ ਦੇ ਵਿੱਚ ਤੁਹਾਨੂੰ ਮੈਂ ਇੱਕ ਚੀਜ਼ ਕਰਵਾਈ ਹੈ ਵੀ ਸਕੁਅਰ ਦੇ ਏਰੀਏ ਕੱਢਣ ਦੇ 2 ਫਾਰਮੂਲੇ ਹੁੰਦੇ ਨੇ। ਸਕੁਅਰ ਦੇ ਏਰੀਏ ਕੱਢਣ ਦੇ 2 ਫਾਰਮੂਲੇ ਹੁੰਦੇ ਨੇ। ਇੱਕ ਫਾਰਮੂਲਾ ਮੈਂ ਤੁਹਾਨੂੰ ਕਰਵਾਇਆ ਸੀਗਾ 1/2 ਡੀ ਸਕੁਅਰ, ਠੀਕ ਹੈ, ਮਤਲਬ 2 ਵਾਰ ਡਾਇਗਨਲ ਦਾ ਸਕੁਅਰ, ਠੀਕ ਹੈ। ਤਾਂ ਮੈਂ ਇਹ ਫਾਰਮੂਲਾ ਤੁਹਾਨੂੰ ਕੱਲ ਵਾਲੀ ਕਲਾਸ ਵਿੱਚ ਕਰਵਾਇਆ ਸੀ। ਇੰਪੋਰਟੈਂਟ ਕਲਾਸ ਹੈ ਤੁਹਾਡੇ ਲਈ। ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜਾ ਆਪਣਾ ਵਰਗ ਹੁੰਦਾ ਹੈਗਾ, ਜਿਹਨੂੰ ਪੰਜਾਬੀ ਦੇ ਵਿੱਚ ਵਰਗ ਕਹਿੰਦੇ ਆ, ਨਿੱਕੇ ਹੁੰਦੇ ਆਪਾਂ ਪੜ੍ਹਦੇ ਆਉਣੇ ਆਗੇ। ਇੱਕ ਫਾਰਮੂਲਾ ਹੁੰਦਾ ਜੀ ਉਹਦਾ ਸਾਈਡ ਦਾ ਸਕੁਅਰ, ਇੱਕ ਫਾਰਮੂਲਾ ਹੁਣੀ ਆਪਣੀ ਨੋਟਬੁੱਕ ਚੱਕੋ, ਉਸ ਤੇ ਨੋਟ ਕਰੋ। ਸਕੁਅਰ ਦਾ ਇੱਕ ਅਦਰ ਫਾਰਮੂਲਾ ਹੁੰਦਾ ਜੀ 1/2 ਡੀ ਦਾ ਸਕੁਅਰ। ਕਿੰਨਾ ਈਜ਼ੀ ਸਵਾਲ ਕੱਢ ਸਕਦੇ ਹੋ ਤੁਸੀਂ, ਦੇਖੋ 1/2 ਡੀ ਦਾ ਸਕੁਅਰ, ਡਾਇਗਨਲ ਆਪਾਂ ਦਿੱਤਾ 28 ਮਲਟੀਪਲਾਈ 28, ਠੀਕ ਹੈ। ਤਾਂ ਇਸ ਨੂੰ ਕੱਟ ਕਰੋ, 14 ਦੂਣਾ 28, ਠੀਕ ਹੈ। ਇੱਥੋਂ ਮੈਂ ਇੱਕ ਤਰੀਕਾ ਤੁਹਾਨੂੰ ਹੋਰ ਸਿਖਾਉਣਾ ਹੈਗਾ। ਜਦੋਂ ਤੁਸੀਂ ਇਹਨਾਂ ਦਾ ਮਲਟੀਪਲਾਈ ਕਰੋਗੇ ਤਾਂ ਚੈੱਕ ਕਰੋ ਲਾਸਟ ਡਿਜਿਟ ਕੀ ਬਣੇਗਾ। ਚੈੱਕ ਕਰੋ ਲਾਸਟ
डिजिट की बनेगा, सारे ने चेक करो जी। देखो लास्ट डिजिट की बन रहा है 8 चौका 32, लास्ट डिजिट ਤੁਹਾਡੇ आंसर ਦਾ 2 ਬਣੇਗਾ। ਤਾਂ ਆਪਸ਼ਨ ਚ ਦੇਖੋ ਜੀ 2 ਕਿਹੜੀ ਆਪਸ਼ਨ ਚ ਪਹਿਲੀ ਚ ਹੈਗਾ ਨਹੀਂ ਹੈਗਾ ਜੀ, ਆਉਂਦੀ ਨਹੀਂ, ਆਨਸਰ ਨਹੀਂ ਆਉਂਦਾ। ਦੂਜੀ ਚ ਹੈਗਾ ਨਹੀਂ ਹੈਗਾ ਜੀ, ਇਹ ਵੀ ਨਹੀਂ ਆਨਸਰ ਆਉਂਦਾ। ਤੀਜੀ ਚ ਹੈਗਾ ਹਾਂਜੀ ਬਿਲਕੁਲ ਹੈਗਾ, ਆਪਸ਼ਨ ਨੰਬਰ ਸੀ ਇਸ ਦਾ ਆਨਸਰ ਹੈ। ਸਮਝ ਗਏ ਜੀ? ਬੀ ਹੋਪ ਤੁਸੀਂ ਸਾਰੇ ਸਮਝ ਗਏ ਹੋਵੋਗੇ। ਮੈਂ ਤੁਹਾਨੂੰ ਕੀ ਕਰਵਾਇਆ ਹੈ, ਦੇਖੋ ਇਹਨਾਂ ਨਾਲ ਆਪਣਾ ਜਿਹੜਾ ਕੱਟ ਕਰਕੇ ਫਾਰਮੂਲੇ ਵਿੱਚ ਆਪਾਂ ਡਾਇਗਨਲ ਦੀ ਵੈਲਿਊ ਪੁੱਟ ਕਰੀ। ਫਾਰਮੂਲਾ ਮੈਂ ਤੁਹਾਨੂੰ ਦੱਸਿਆ ਵੀ ਯਾਦ ਕਰ ਲਓ, 1/2 ਮਲਟੀਪਲਾਈ ਡਾਇਗਨਲ ਦਾ ਸਕੁਅਰ। ਠੀਕ ਹੈ, 2 ਫਾਰਮੂਲੇ ਹੁੰਦੇ ਨੇ ਵਰਗ ਦੇ ਏਰੀਏ ਦੇ। ਤਾਂ ਉਸ ਤੋਂ ਬਾਅਦ ਦੇਖੋ ਮੈਂ ਮਲਟੀਪਲਾਈ ਕਰਕੇ ਵੀ ਦਿਖਾ ਦਿੰਦਾ। 28 ਮਲਟੀਪਲਾਈ 14, 14 8 112, 11 ਰਿਮੈਨਿੰਗ। ਠੀਕ ਹੈ, ਕੈਰੀ ਕਰ ਲਓ। ਤੇ 14 ਨੂੰ 28, 28 ਚ 11 ਜੋੜੇ 39, 392 ਇਸ ਦਾ ਆਨਸਰ ਬਣ ਚੁੱਕਿਆ ਹੈਗਾ। ਠੀਕ ਹੈ, ਇਹ ਤਰੀਕਾ ਜੀ। ਕਈ ਵਾਰੀ ਬਾਈ ਚਾਂਸ ਤੁਸੀਂ ਪੇਪਰ ਦੇ ਵਿੱਚ ਜਾ ਕੇ ਇਹ ਵਾਲਾ ਫਾਰਮੂਲਾ ਭੁੱਲ ਜਾਵੋ। ਠੀਕ ਹੈ, ਤਾਂ ਸਵਾਲ ਤੁਸੀਂ ਫਿਰ ਵੀ ਕੱਢ ਸਕਦੇ ਹੋ। ਹੁਣ ਮੈਂ ਤੁਹਾਨੂੰ 2 ਤਰੀਕੇ ਨਾਲ ਸਵਾਲ ਕਰਵਾ ਰਿਹਾਗਾ। ਇੱਕ ਤਾਂ ਸਿੱਧਾ ਕਰਵਾਤਾ ਜੀ, ਡਾਇਰੈਕਟ ਆ ਫਾਰਮੂਲਾ ਯਾਦ ਰੱਖੋ, ਕਿਉਂਕਿ ਸਕੁਅਰ ਦੇ ਏਰੀਏ ਕੱਢਣ ਦੇ ਕੱਲ ਵਾਲੀ ਕਲਾਸ ਵਿੱਚ ਦੱਸਿਆ ਭਾਈ 2 ਫਾਰਮੂਲੇ ਹੁੰਦੇ ਨੇ। ਇੱਕ ਤਾਂ ਡਾਇਰੈਕਟ ਹੋ ਗਿਆ ਇਹ ਫਾਰਮੂਲਾ 1/2 ਮਲਟੀਪਲਾਈ ਡਾਇਗਨਲ ਦਾ ਸਕੁਅਰ। ਠੀਕ ਹੈ, ਇੱਕ ਫਾਰਮੂਲਾ ਆਏਗਾ, ਇਸ ਨਾਲ ਵੀ ਆਪਾਂ ਕੱਢ ਸਕਦੇ ਹਾਂ। ਚਲੋ ਜੀ, ਹੁਣ ਮੈਂ ਇਸ ਨੂੰ ਅਰੇਂਜ ਕਰ ਰਿਹਾ ਹੈਗਾ। ਠੀਕ ਹੈ, ਸਾਰੇ ਨੋਟ ਕਰ ਲਓ, ਆਪਣਾ ਵੀਡੀਓ ਪੌਜ਼ ਕਰ ਲਓ। ਤਾਂ ਦੇਖੋ ਇੱਕ ਫਾਰਮੂਲੇ ਨਾਲ ਤੁਹਾਨੂੰ ਮੈਂ ਦੱਸਿਆਗਾ। ਠੀਕ ਹੈ, ਇੱਕ ਤਰੀਕਾ ਇਸ ਦਾ ਹੋਰ ਹੈਗਾ। ਹੁਣ ਤੁਹਾਨੂੰ ਇਹਨਾਂ ਨੇ ਦਿੱਤਾ ਹੈਗਾ ਭਾਈ ਵਰਗ ਦਾ ਖੇਤਰਫਲ ਕੱਢੋ, ਉਹਦਾ ਆਪਾਂ ਨੂੰ ਵਿਕਰਨ ਦਿੱਤਾ, ਡਾਇਗਨਲ ਦਿੱਤਾ ਹੈਗਾ 28 ਮੀਟਰ। ਦੇਖੋ ਇਹ ਡਾਇਗਨਲ ਦਿੱਤਾ 28 ਮੀਟਰ। ਤਾਂ ਹੁਣ ਤੁਹਾਨੂੰ ਸਕੁਅਰ ਦੇ ਡਾਇਗਨਲ ਦਾ ਫਾਰਮੂਲਾ ਵੀ ਪਤਾ ਹੋਣਾ ਚਾਹੀਦਾ। ਮੈਂ ਕੱਲ ਵਾਲੀ ਕਲਾਸ ਵਿੱਚ ਕਰਵਾਇਆ ਹੈ। a/2, ਇਹ ਮੈਂ ਮੰਨਦਾ ਹੁੰਦਾ ਸਾਈਡ ਨੂੰ, ਇਹ ਆਪਾਂ ਮੰਨਦੇ ਹੁੰਦੇ ਆ ਜੀ ਸਾਈਡ ਨੂੰ। ਠੀਕ ਹੈ, ਕਈ ਵਾਰੀ ਕਨਫਿਊਜ਼ਨ ਨਾ ਹੋ ਜਾਓ। ਇਹ ਆਪਾਂ ਮੰਨਦੇ ਹੁੰਦੇ ਸਾਈਡ ਨੂੰ, ਸਾਈਡ ਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਜੀ ਭੁਜਾ। ਠੀਕ ਹੈ, ਤਾਂ ਆਪਣੇ ਕੋਲੇ ਡਾਇਗਨਲ ਦਿੱਤੇ ਜੀ 28 ਮੀਟਰ। ਦੇਖੋ ਆ ਦਿੱਤਾ ਪਿਆ ਡਾਇਗਨਲ ਆਪਾਂ ਨੂੰ 28 ਮੀਟਰ ਦਿੱਤਾ ਹੋਇਆ। ਠੀਕ ਹੈ, ਤੇ ਇੱਥੋਂ ਆਪਾਂ a ਦੀ ਵੈਲਿਊ ਕੱਢ ਸਕਦੇ ਹਾਂ। √2 ਨੀਚੇ ਆ ਜਾਏਗਾ। ਠੀਕ ਹੈ, ਡਿਵਾਈਡ ਹੋ ਜਾਏਗਾ। ਠੀਕ ਹੈ, a ਦੀ ਵੈਲਿਊ ਕੱਢ ਲਈ, a ਦੀ ਵੈਲਿਊ ਆਪਾਂ ਕੱਢ ਲਈ 28/√2। ਤਾਂ ਹੁਣ ਆਪਾਂ ਏਰੀਆ ਕੱਢਣਾ ਹੈਗਾ, ਏਰੀਆ ਦੇ ਫਾਰਮੂਲੇ ਵਿੱਚ ਭਰ ਦਿਓ ਜੀ। ਸਾਈਡ ਸਕੁਅਰ ਮਤਲਬ 28/2 ਮਲਟੀਪਲਾਈ 28/2। ਠੀਕ ਹੈ, ਤਾਂ ਇੱਕ ਗੱਲ ਹੋਰ ਯਾਦ ਰੱਖੋ, ਇੱਥੇ ਮੈਂ ਲਿਖ ਦਿੰਦਾ, ਜਦੋਂ √2 ਨੂੰ √2 ਨਾਲ ਮਲਟੀਪਲਾਈ ਕਰੋਗੇ, ਮਤਲਬ √2 ਨੂੰ √2 ਨਾਲ ਮਲਟੀਪਲਾਈ ਕਰੋਗੇ ਤਾਂ 2 ਆਵੇਗਾ। ਠੀਕ ਹੈ, ਯਾਦ ਰੱਖਣਾ, ਜਦੋਂ √2 ਵੈਲਿਊ ਨੂੰ √2 ਦੀ ਵੈਲਿਊ ਨਾਲ ਮਲਟੀਪਲਾਈ ਕਰਦੇ ਆ ਤਾਂ ਉਹੀ ਵੈਲਿਊ ਸੇਮ ਰਹਿ ਜਾਂਦੀ ਹੈ। ਤਾਂ 28 ਨੂੰ 28 ਨਾਲ ਮਲਟੀਪਲਾਈ ਕਰਿਆ। ਦੇਖੋ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਸਕੁਅਰ ਕਿੰਨਾ ਹੁੰਦਾ ਜੀ। 28 ਦਾ ਸਕੁਅਰ ਕਿੰਨਾ ਹੁੰਦਾ ਜੀ 784। ਠੀਕ ਹੈ, ਨੀਚੇ ਆਪਣਾ 2 ਆ ਜਾਵੇਗਾ। ਤਾਂ ਇਹਨਾਂ ਨੂੰ ਕੱਟ ਕਰ ਦਿਓ। 3 ਦੂਣੀ 6, 1 ਬਚ ਗਿਆ 18, 9 ਦੂਣੀ 18, 2 ਦੂਣੀ 4। ਆਪਸ਼ਨ ਨੰਬਰ ਸੀ ਇਸ ਦਾ ਆਨਸਰ ਹੈ। ਦੇਖੋ ਇੱਕ ਸਵਾਲ ਮੈਂ ਤੁਹਾਨੂੰ 2 ਤਰੀਕਿਆਂ ਨਾਲ ਕਰਵਾਇਆ, ਪੂਰਾ ਡਿਟੇਲ ਵਿੱਚ ਕਰਵਾਇਆ। ਠੀਕ ਹੈ, ਸਾਰੇ ਕੈਂਡੀਡੇਟਸ ਨੂੰ ਸਮਝ ਵੀ ਆਇਆ ਹੋਵੇਗਾ। ਪਲੀਜ਼ ਇੱਕ ਰਿਕਵੈਸਟ ਤੁਹਾਨੂੰ ਸਾਰਿਆਂ ਨੂੰ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਦੇਖੋ ਹੁਣ ਹਰ ਚੀਜ਼ ਸਟਰਗਲ ਕਰਕੇ ਹੈ ਨਾ, ਸਟੱਡੀ ਕਰਕੇ ਹੀ ਜਿਹੜੀ ਆਪਾਂ ਪ੍ਰੈਜੈਂਟ ਕਰ ਸਕਦੇ ਹਾਂ। ਠੀਕ ਹੈ, ਉਸ ਲਈ ਮਿਹਨਤ ਲੱਗਦੀ ਹੈ, ਇਸ ਦੀ ਪਿੱਛੇ ਦੀ ਮਿਹਨਤ ਤੁਸੀਂ ਨਹੀਂ ਪਛਾਣ ਸਕਦੇ। ਠੀਕ ਹੈ, ਪਲੀਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਰੋ। ਕਰਵਾਉਣ ਨੂੰ ਮੈਂ ਤੁਹਾਨੂੰ ਪਹਿਲਾਂ ਵਾਲੇ ਫਾਰਮੂਲੇ ਨਾਲ ਕਰਵਾ ਕੇ ਗਾਹਾਂ ਟੱਪ ਜਾਂਦਾ, ਉਹਦਾ ਕੋਈ ਫਾਇਦਾ ਨਹੀਂਗਾ। ਦੇਖੋ ਹੁਣ ਹਰ ਇੱਕ ਨੂੰ ਕੈਂਡੀਡੇਟ ਨੂੰ ਚੀਜ਼ ਸਮਝ ਆਵੇ, ਸਟੂਡੈਂਟ ਨੂੰ ਸਮਝ ਆਵੇ। ਠੀਕ ਹੈ, ਤਾਂ ਇਹ ਇੰਪੋਰਟੈਂਟ ਹੈਗਾ ਆਪਣੇ ਲਈ। ਠੀਕ ਹੈ, ਤਾਂ ਹੁਣ ਆਈ ਹੋਪ ਤੁਹਾਨੂੰ ਇਹ ਸਵਾਲ ਬਿਲਕੁਲ ਸਮਝ ਆ ਗਿਆ ਹੋਊਗਾ। ਠੀਕ ਹੈ, ਦੋਨਾਂ ਤਰੀਕਿਆਂ ਨਾਲ ਕਰਵਾਤਾ, ਉਹਨਾਂ ਆਨਸਰ ਕੱਢ ਕੇ ਦਿਖਾਤਾ। ਠੀਕ ਹੈ, ਚਲੋ ਜੀ, ਹੁਣ ਆਪਾਂ ਜ਼ਿਆਦਾ ਟਾਈਮ ਆਪਾਂ ਵੀ ਨਹੀਂ ਵੇਸਟ ਕਰਨਾ, ਤੁਹਾਡਾ ਵੀ ਇੰਪੋਰਟੈਂਟ ਟਾਈਮ ਹੈਗਾ ਲਾਈਫ ਦਾ। ਠੀਕ ਹੈ, ਤਾਂ ਨੈਕਸਟ ਆਪਾਂ ਮੂਵ ਕਰਦੇ ਹਾਂ। ਚਲੋ ਜੀ, ਹੁਣ ਆਪਾਂ ਨੂੰ ਨੈਕਸਟ ਸਵਾਲ ਹੈਗਾ, ਪਹਿਲਾਂ ਆਪਾਂ ਇੰਗਲਿਸ਼ ਵਿੱਚ ਰੀਡ ਕਰਦੇ ਹਾਂ, ਫਿਰ ਜਿਹੜੇ ਪੰਜਾਬੀ ਦੇ ਕੈਂਡੀਡੇਟਸ ਨੇ ਉਹਨਾਂ ਲਈ ਆਪਾਂ ਪੰਜਾਬੀ ਵਿੱਚ ਦੱਸ ਦੇਵਾਂਗੇ। ਦੇਖੋ ਜੀ, ਇਹ ਕਹਿੰਦੇ ਦਾ ਏਰੀਆ ਆਫ ਰੈਕਟੈਂਗਲ ਇਜ 1209 ਸਕੁਅਰ ਮੀਟਰ, ਇਟਸ ਲੈਂਥ ਇਜ 39 ਮੀਟਰ, ਹਾਊ ਮੱਚ ਇਜ ਪੈਰੀਮੀਟਰ। ਠੀਕ ਹੈ, ਤਾਂ ਮੈਂ ਤੁਹਾਨੂੰ ਕਰਵਾਇਆ ਹੈਗਾ। ਇਹਨਾਂ ਨੇ ਆਪਾਂ ਨੂੰ ਕਿਹਾ ਕੀ ਹੈ, ਪਹਿਲਾਂ ਮੈਂ ਪੰਜਾਬੀ ਵਿੱਚ ਸਾਰਿਆਂ ਨੂੰ ਦੱਸ ਦੇਵਾਂ। ਇਹ ਕਹਿੰਦੇ ਐਤ ਦਾ ਖੇਤਰਫਲ 1209 ਮੀਟਰ ਹੈਗਾ, ਉਹਦੀ ਲੰਬਾਈ 39 ਮੀਟਰ ਹੈ, ਤਾਂ ਉਸ ਦਾ ਪ੍ਰਮਾਪ ਕੱਢੋ। ਠੀਕ ਹੈ, ਤਾਂ ਹੁਣ ਮੈਂ ਤੁਹਾਨੂੰ ਫਾਰਮੂਲਾ ਕਰਵਾਇਆ ਹੈ, ਐਤ ਦਾ ਲੰਬਾਈ ਗੁਣਾ ਚੜਾਈ। ਠੀਕ ਹੈ ਜੀ, ਤੇ ਆਪਾਂ ਕੱਢਣਾ ਕੀ ਹੈ, ਪੈਰੀਮੀਟਰ ਫਾਈਂਡ ਕਰਨਾ। ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ ਜੀ, ਐਤ ਦੇ ਦਾ ਰੈਕਟੈਂਗਲ ਦੇ ਦਾ 2l + b। ਠੀਕ ਹੈ, ਤਾਂ ਇੰਪੋਰਟੈਂਟ ਹੈਗਾ ਆਪਣੇ ਕੋਲੇ, ਆਪਾਂ ਨੂੰ ਏਰੀਆ ਦਾ
ਇਹਨਾਂ ਨੇ ਏਰੀਆ ਦਿੱਤਾ ਹੋਏਗਾ ਐਤ ਦਾ 1209, ਠੀਕ ਹੈ ਜੀ। ਇਸ ਤੋਂ ਨੈਕਸਟ ਆਪਾਂ ਨੂੰ ਇਹਨਾਂ ਨੇ ਇਸ ਦੀ ਲੰਬਾਈ ਦਿੱਤੀ ਹੈ ਜੀ 39, ਠੀਕ ਹੈ। ਇਸ ਤੋਂ ਆਪਾਂ ਬ੍ਰੈਥ ਫਾਈਂਡ ਆਊਟ ਕਰ ਸਕਦੇ ਹਾਂ। ਹੁਣ ਬ੍ਰੈਥ ਆਪਾਂ ਫਾਈਂਡ ਕਿਉਂ ਕਰਨੇ ਆ, ਕਿਉਂਕਿ ਆਪਾਂ ਨੂੰ ਪੈਰੀਮੀਟਰ ਕੱਢਣ ਲਈ ਇੱਥੇ ਬ੍ਰੈਥ ਦੀ ਲੋੜ ਹੈਗੀ, ਠੀਕ ਹੈ। ਤਾਂ ਇੱਥੇ ਆਪਾਂ ਲੈਂਥ ਪਹਿਲੀ ਭਰ ਕੇ ਰੱਖ ਦਿਓ, ਲੈਂਥ ਆਪਣੇ ਕੋਲੇ ਜੀ 39, ਠੀਕ ਹੈ। ਬ੍ਰੈਥ ਆਪਾਂ ਫਾਈਂਡ ਆਊਟ ਕਰਕੇ ਫਿਰ ਭਰਦੇ ਹਾਂ। ਤਾਂ ਹੁਣ ਆਪਾਂ ਡਿਵਾਈਡ ਕਰਨਾ ਹੈਗਾ ਬ੍ਰੈਥ ਕੱਢਣ ਲਈ, ਬ੍ਰੈਥ ਆਪਾਂ ਫਾਈਂਡ ਆਊਟ ਕਰਨੀ ਹੈ। ਤਾਂ ਇਸ ਨੂੰ ਡਿਵਾਈਡ ਕਰਨਾ ਹੈਗਾ 1209/39, ਠੀਕ ਹੈ। ਇਹਨਾਂ ਨੂੰ ਆਪਾਂ ਡਿਵਾਈਡ ਕਰਨਾ। ਤਾਂ ਦੇਖੋ ਕੋਈ ਵੀ ਤੁਹਾਨੂੰ ਐਗਜ਼ਾਮੀਨਰ ਜਾਂ ਕੋਈ ਵੀ ਸਵਾਲ ਸੈੱਟ ਕਰ ਰਿਹਾ ਹੈ, ਉਹ ਇਸ ਤਰੀਕੇ ਨਾਲ ਸੈੱਟ ਕਰ ਰਿਹਾ, ਇਹ ਵੈਲਿਊ ਡਿਵਾਈਡ ਹੋਣੀ ਹੈ, ਠੀਕ ਹੈ। ਸਾਰਿਆਂ ਨੇ ਧਿਆਨ ਨਾਲ ਸੁਣੋ। ਤਾਂ ਇਹ ਵੈਲਿਊ ਆਪਸ ਵਿੱਚ ਡਿਵਾਈਡ ਹੋਣੀ, ਮੈਂ ਤੁਹਾਨੂੰ ਡਿਵਾਈਡ ਕਰਕੇ ਦਿਖਾ ਦਿੰਦਾ ਹੈਗਾ। ਇਹ ਵੈਸੇ ਤਾਂ 39 ਦੇ ਟੇਬਲ ਤੇ ਵੀ ਚੱਲੀ ਜਾਵੇਗੀ, ਬਟ ਇਹ 13 ਦੇ ਵੀ ਦੋਨੇ ਡਿਵਾਈਡ ਹੋਣਗੀਆਂ, ਓਬਵੀਅਸ ਹੋਣਗੀਆਂ, 100% ਹੋਣਗੀਆਂ, ਠੀਕ ਹੈ। ਤਾਂ 13 ਦੇ ਕਰ ਦਿਓ, 13 ਤੀਆ 39, 13 9 117, ਠੀਕ ਹੈ। 3 ਵੱਜ ਕੇ 39, 13 ਤੀਆ 39, ਠੀਕ ਹੈ। 30 30 9, 1 ਤੀਆ 30, ਇਹ ਆਪਣੇ ਕੋਲ ਆ ਗਈ ਜੀ ਬ੍ਰੈਥ, ਠੀਕ ਹੈ। ਹੁਣ ਬ੍ਰੈਥ ਆਪਾਂ ਫਾਈਂਡ ਆਊਟ ਕਰ ਲਈ। ਇਸ ਤੋਂ ਆਪਾਂ ਪੈਰੀਮੀਟਰ ਕੱਢ ਸਕਦੇ ਹਾਂ, ਕਿਉਂਕਿ ਆਪਣੇ ਕੋਲ ਲੈਂਥ ਵੀ ਮਿਲ ਗਈ ਆਪਾਂ ਨੂੰ ਤੇ ਬ੍ਰੈਥ ਵੀ ਮਿਲ ਗਈ, ਠੀਕ ਹੈ। ਤਾਂ ਹੁਣ 39 ਤੇ 31 ਨੂੰ ਜੋੜੋ, ਠੀਕ ਹੈ। 39 ਐਂਡ 31 ਦਾ ਜੋੜ ਕਰੋ, 9 ਤੇ 1 10, 3 ਤੇ 3 6 ਤੇ 1 7, ਠੀਕ ਹੈ। ਤਾਂ 2 × 70, ਇਹ ਕਿੰਨਾ ਬਣ ਗਿਆ ਆਪਣੇ ਕੋਲੇ, ਇਹ ਬਣ ਗਿਆ ਜੀ 140, ਠੀਕ ਹੈ। ਤਾਂ ਆਪਸ਼ਨ ਨੰਬਰ ਸੀ ਆਨਸਰ ਹੈਗਾ। ਪੈਰੀਮੀਟਰ ਆਪਾਂ ਕੱਢ ਲਿਆ ਜੀ ਐਤ ਦਾ 140 ਮੀਟਰ, ਠੀਕ ਹੈ। ਇੰਪੋਰਟੈਂਟ ਸਵਾਲ ਸੀ, ਸੌਖਾ ਸਵਾਲ ਸੀ, ਬਸ ਕੁਝ ਨਹੀਂ ਕਰਨਾ, ਤੁਸੀਂ ਵੈਲਿਊ ਹੀ ਪੁਟਿੰਗ ਕਰਨੀਆਂ ਸੀਗੀਆਂ, ਈਜੀ ਤੁਸੀਂ ਸ਼ਾਰਟ ਆਊਟ ਇਸ ਸਵਾਲ ਨੂੰ ਕਰ ਸਕਦੇ ਸੀ, ਠੀਕ ਹੈ ਜੀ। ਸੋ ਵੀ ਹੋਪ ਸਾਰਿਆਂ ਨੂੰ ਅੰਡਰਸਟੈਂਡ ਹੋ ਗਿਆ ਹੋਵੇਗਾ। ਸੋ ਨੈਕਸਟ ਮੂਵ ਕਰਦੇ ਹਾਂ ਜੀ। 23 ਨੰਬਰ ਆਪਣਾ ਕੁਐਸਚਨ ਹੈਗਾ। ਇਸ ਵਿੱਚ ਕਿਹਾ ਗਿਆ ਹੈ ਏਰੀਆ ਆਫ ਰੈਕਟੈਂਗਲ 1248 ਸਕੁਅਰ ਮੀਟਰ, ਬ੍ਰੈਥ 32 ਮੀਟਰ, ਹਾਊ ਮਚ ਇਟਸ ਪੈਰੀਮੀਟਰ। ਤੁਸੀਂ ਵੀ ਹੁਣੇ ਮੈਂ ਤੁਹਾਨੂੰ ਕਰਵਾ ਕੇ ਹਟਾਂਗਾ, ਇਸ ਨਾਲ ਦਾ ਸਵਾਲ ਹੀ ਕਰਵਾ ਕੇ ਹਟਾਂਗਾ, ਠੀਕ ਹੈ। ਤੇ ਇਹਨਾਂ ਨੇ ਆਪਾਂ ਨੂੰ ਕਿਹਾ ਪੰਜਾਬੀ ਵਿੱਚ ਮੈਂ ਦੱਸ ਦਿੰਦਾ, ਇੱਕ ਐਤ ਹੈਗੀ, ਉਸ ਦਾ ਖੇਤਰਫਲ 1248 ਮੀਟਰ ਹੈਗਾ, ਉਸ ਦੀ ਚੜਾਈ 32 ਮੀਟਰ ਹੈਗੀ, ਉਸ ਦਾ ਪਰਿਮਾਪ ਆਪਾਂ ਕੱਢਣਾ ਹੈਗਾ, ਠੀਕ ਹੈ। ਤਾਂ ਆਪਾਂ ਇੱਥੋਂ ਲੈਂਥ ਕੱਢ ਸਕਦੇ ਹਾਂ, ਕਿਉਂਕਿ ਮੈਂ ਤੁਹਾਨੂੰ ਕਰਵਾਇਆਗਾ ਏਰੀਆ ਦਾ ਫਾਰਮੂਲਾ ਕੀ ਹੁੰਦਾ ਜੀ, ਲੰਬਾਈ ਗੁਣਾ ਚੜਾਈ, ਲੈਂਥ ਗੁਣਾ ਬ੍ਰੈਥ। ਏਰੀਆ ਆਪਣੇ ਕੋਲ ਕਿੰਨਾ ਜੀ 1248, ਠੀਕ ਹੈ। ਲੰਬਾਈ ਕਿੰਨੀ ਹੈ ਆਪਣੇ ਕੋਲੇ, ਲੰਬਾਈ ਆਪਾਂ ਪਤਾ ਕਰਨੀ ਹੈ। ਬ੍ਰੈਥ ਆਪਾਂ ਨੂੰ 32 ਦਿੱਤੀ ਹੋਈ ਹੈ, ਠੀਕ ਹੈ। ਇਸ ਨੂੰ ਆਪਾਂ ਸ਼ਾਰਟ ਆਊਟ ਕਰ ਸਕਦੇ ਹਾਂਗੇ, ਠੀਕ ਹੈ। ਇੱਥੋਂ ਆਪਾਂ ਲੈਂਥ ਕੱਢ ਸਕਦੇ ਹਾਂ 1248/32, ਠੀਕ ਹੈ। ਇਹਨਾਂ ਨੂੰ ਡਿਵਾਈਡ ਕਰ ਸਕਦੇ ਹਾਂ ਆਪਾਂ। ਸੋ ਆਪਾਂ ਇਸ ਨੂੰ ਡਿਵਾਈਡ ਕਰਦੇ ਹਾਂ 16 ਦੇ ਟੇਬਲ ਤੇ, 16 ਦੂਣਾ 32, ਠੀਕ ਹੈ। 16 ਛਿੱਕੂ 96, 16 7 112, 12 ਬਚ ਕੇ 128, 16 7 112, 16 8 128, ਇਹ ਆਪਣੇ ਕੋਲੇ ਬਣ ਗਿਆ ਜੀ 39 ਦੂਣਾ 78, 39 ਆਪਣੇ ਕੋਲੇ ਬਣ ਗਈ ਜੀ ਲੈਂਥ, ਠੀਕ ਹੈ। ਹੁਣ ਉਹ ਫਾਈਂਡ ਆਊਟ ਕਰਨਾ ਜੀ ਪੈਰੀਮੀਟਰ। ਪੈਰੀਮੀਟਰ ਦਾ ਮੈਂ ਤੁਹਾਨੂੰ ਫਾਰਮੂਲਾ ਲਿਖਵਾਇਆਗਾ 2L + B, ਠੀਕ ਹੈ ਜੀ। ਸੋ ਆਪਣੇ ਕੋਲੇ L ਆਪਾਂ ਕੱਢ ਲਈ ਜੀ, L ਆਪਣੇ ਕੋਲੇ ਕਿੰਨੀ ਹੈਗੀ 39, ਠੀਕ ਹੈ ਜੀ। ਬ੍ਰੈਥ ਆਪਾਂ ਨੂੰ ਇਹਨਾਂ ਦੁਆਰਾ ਗਿਵਨ ਕੀਤੀ ਗਈ ਹੈ 32, ਬ੍ਰੈਥ ਇਹਨਾਂ ਦੁਆਰਾ ਆਪਾਂ ਨੂੰ 32 ਦਿੱਤੀ ਗਈ ਹੈ, ਠੀਕ ਹੈ ਜੀ। ਸੋ ਇਹਨਾਂ ਨੂੰ ਆਪਾਂ ਜੋੜ ਕਰਾਂਗੇ, ਤਾਂ 39 ਤੇ 32 ਦਾ ਜੋੜ ਕਰੋ ਜੀ, ਕਿੰਨਾ ਬਣ ਗਿਆ ਆਪਣੇ ਕੋਲੇ 10 11, 3 ਤੇ 3 6 ਤੇ 1 7, ਠੀਕ ਹੈ। ਤਾਂ 2 × 7 1, ਤਾਂ ਇਹ ਆਪਣੇ ਕੋਲ ਕਿੰਨਾ ਬਣ ਗਿਆ ਜੀ 142। ਸੋ ਆਪਾਂ ਐਤ ਦਾ ਜਿਹੜਾ ਪ੍ਰਮਾਪ ਕੱਢਿਆ ਜੀ ਉਹ ਆ ਗਿਆ 142, ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈਗਾ, ਠੀਕ ਹੈ। ਕਰਨ ਨੂੰ ਤਾਂ ਇਦੋਂ ਛੇਤੀ ਵੀ ਆਪਾਂ ਸ਼ਾਰਟ ਆਊਟ ਕਰ ਸਕਦੇ ਸੀ, ਬਟ ਸਾਰਿਆਂ ਨੂੰ ਆਪਾਂ ਨਾਲ ਲੈ ਕੇ ਚੱਲਣਾ ਹੈਗਾ, ਠੀਕ ਹੈ। ਵੀਡੀਓ ਫਾਸਟ ਕਰਕੇ ਦੇਖ ਲਓ ਜੇਕਰ ਤੁਹਾਨੂੰ ਇਹ ਸਵਾਲ ਆਉਂਦੇ ਨਹੀਂ, ਠੀਕ ਹੈ। ਤਾਂ ਨੈਕਸਟ ਮੂਵ ਕਰਦੇ ਹਾਂ ਜੀ। ਵੀ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਸਮ ਵੀ ਅੰਡਰਸਟੈਂਡ ਹੋ ਗਿਆ ਹੋਵੇਗਾ। ਨੈਕਸਟ ਹੈ ਜੀ, ਨੈਕਸਟ ਆਪਣੇ ਕੋਲ ਹੈਗੇ 24 ਨੰਬਰ ਸਵਾਲ ਹੈਗਾ। ਇਸ ਵਿੱਚ ਪਹਿਲਾਂ ਆਪਾਂ ਇੰਗਲਿਸ਼ ਵੀ ਰੀਡ ਕਰਦੇ ਹਾਂ। ਬਟ ਵਿਲ ਬੀ ਦਾ ਕੋਸਟ ਆਫ ਲੇਇੰਗ ਆ ਕਾਰਪੇਟ 525 ਪਰ ਸਕੁਅਰ ਮੀਟਰ ਇਨ ਦਾ ਹਾਲ ਹੂਜ਼ ਡਾਇਮੈਂਸ਼ਨਸ ਆਰ 39 ਐਂਡ 9 ਮੀਟਰ, ਠੀਕ ਹੈ। ਆਪਣੇ ਕੋਲੇ ਇੱਕ ਕਹਿੰਦੇ ਵੀ ਹਾਲ ਹੈਗਾ, ਹਾਲ ਹੁੰਦਾ ਨਾ ਜਿਹੜਾ ਉਹ ਰੈਕਟੈਂਗੂਲਰ ਸ਼ੇਪ ਹੀ ਹੁੰਦਾ ਹੈਗਾ, ਇਹ ਧਿਆਨ 'ਚ ਰੱਖਣਾ, ਠੀਕ ਹੈ। ਇਹ ਆਪਣੇ ਕੋਲ ਕਹਿੰਦੇ ਹਾਲ ਹੈਗਾ, ਉਹ 39 9 ਦਾ ਹੈਗਾ, ਠੀਕ ਹੈ। ਇਹ ਆਪਾਂ ਨੂੰ ਲੈਂਥ ਬ੍ਰੈਥ ਦਿੱਤੀ ਹੈਗੀ, ਠੀਕ ਹੈ। ਤਾਂ ਇਹਦੇ ਵਿੱਚ ਕਹਿੰਦੇ ਕਾਰਪੇਟ ਵਿਛਾਉਣਾ ਹੈਗਾ, ਦਰੀ ਵਿਛਾਉਣੀ ਹੈ ਇਹਦੇ ਵਿੱਚ, ਠੀਕ ਹੈ। ਇਹਦੇ ਵਿੱਚ ਦਰੀ ਵਿਛਾਉਣੀ ਹੈਗੀ, ਠੀਕ ਹੈ, ਜਿਹਦਾ ਪਰ ਸਕੁਅਰ ਦੇ 525 ਜਿਹੜੇ ਰੁਪਏ ਲੱਗਣਗੇ, ਠੀਕ ਹੈ। ਪਰ ਸਕੁਅਰ ਮੀਟਰ ਦੇ ਦਰੀ ਵਿਛਾਉਣ ਦੇ ਜਿਹੜੇ ਰੁਪਏ ਲੱਗਣਗੇ ਉਹ 525 ਲੱਗਣਗੇ, ਠੀਕ ਹੈ। ਤਾਂ ਇੱਥੇ ਇੰਪੋਰਟੈਂਟ ਸਾਰਿਆਂ ਨੇ ਨੋਟ ਕਰੋ ਜੀ, ਹੁਣੇ ਨੋਟ ਕਰੋ, ਠੀਕ ਹੈ। ਕਿਉਂਕਿ ਇਹਦੇ ਵਿੱਚ ਹਾਲ ਦੇ ਵਿੱਚ ਦਰੀ ਵਿਛਾਉਣੀ ਹੈ, ਮਤਲਬ ਦਰੀ ਕਿਹਦੇ ਵਿੱਚ ਵਿਛਾਉਣੀ ਹੈ, ਇਹਨੂੰ ਆਪਾਂ ਕੀ ਕਹਿੰਦੇ ਹੁੰਦੇ, ਮੈਂ ਤੁਹਾਨੂੰ ਪਿਛਲੀਆਂ ਕਲਾਸਾਂ ਵਿੱਚ ਦੱਸਦਾ ਆ ਰਿਹਾ ਭਾਈ, ਇਹਨੂੰ ਆਪਾਂ ਏਰੀਆ ਕਹਿੰਦੇ ਆ। ਮਤਲਬ ਆਪਾਂ ਏਰੀਆ ਫਾਈਂਡ ਆਊਟ ਕਰਨਾ ਹੈਗਾ, ਏਰੀਆ ਨੂੰ ਮਲਟੀਪਲਾਈ ਕਰਨੀ ਹੈਗੀ ਪਰ ਸਕੁਅਰ ਦੇ ਰੇਟ ਨਾਲ, ਠੀਕ ਹੈ। ਤਾਂ ਤੁਹਾਡਾ ਆਨਸਰ ਆ ਜਾਵੇਗਾ
ठीक है भी किन्ना तुहाडा टोटल खर्चा आवेगा, ठीक है मतलब किन्ना तुहाडा टोटल खर्चा आवेगा दरी विछाउण लई दरी उस दे विच, ठीक है। तो हुण आपां सवाल नूं अगे स्टडी करदे हां, ठीक है। हुण आपां अपने कोल लेंथ भी दित्ती है ब्रैथ भी दित्ती है, इत्थों आपां एरिया कढ सकदे हां जी। एरिया दा फार्मूला हुंदा लेंथ गुणा ब्रैथ मीनज 13 × 9 = 117, ठीक है। 117 अपने कोल आ गया जी एरिया, 117 मीटर स्क्वायर, ये अपने कोल एरिया आ गया, ठीक है। तो हुणे कहंदे बई 525 पर स्क्वायर मीटर दे जिहड़े रुपये लगणगे कारपेट विछाउण लई, तां एरिया नूं मल्टीप्लाई करो जी जिन्ने रुपये लगणगे पर स्क्वायर मीटर दे, ठीक है। पर स्क्वायर मीटर दे जिहड़े रुपये लगणगे उस नाल मल्टीप्लाई करके अपना आंसर आ जाएगा 117 × 525, ठीक है जी। तो मैं तुहानूं करवाउंदा आ रहा गा भी तुसी लास्ट डिजिट नूं मल्टीप्लाई करो, इत्थे अपना रूल लगेगा जी चैक लास्ट डिजिट, ठीक है जी। लास्ट डिजिट नूं चैक करो भी मल्टीप्लाई करने वेले तुहाडा लास्ट डिजिट की बनेगा। तुहानूं पता है जो किसी भी वैल्यू नूं आपां 5 नाल मल्टीप्लाई करांगे तो उसका लास्ट डिजिट की बनता है जी 5। मैं तुहानूं नंबर सिस्टम भी करवावांगा, नंबर सिस्टम भी करवावांगा जिस नाल तुहाडी जिहड़ी इस तरह इंप्रूव कर सकते हो तुसीं। तो लास्ट डिजिट तुहाडा की बन रहा है जी 5 बन रहा है। तो 5 किहड़ी ऑप्शन च पहली च हैगा नहीं हैगा, लास्ट च हैगा नहीं हैगा इस च, ठीक है। तो ऑप्शन नंबर 20 का आंसर हैगा बी। हो तुहानूं सारिਆਂ ਨੂੰ सवाल समझ आ गया होगा। एक बार मैं तुहानूं फिर दस दिना, इन्होंने आपां नूं एक कारपेट किहा सीगा, ठीक है। एक हाल दे विच विछाउणी सी, रैक्टेंगुलर हाल सीगा 13/9 का, ठीक है। तो 525 पर स्क्वायर मीटर का उहदा खर्चा आई जांदा सीगा। सो आपां एरिया कढ के, क्योंकि एरिया दे विच विछाउणी है तो एरिया कढना पिया, तो एरिया नूं मल्टीप्लाई करता आपां पर स्क्वायर मीटर जिन्ना खर्चा आ रहेगा। तो इस तरह आपां इसनूं फाइंड आउट कर लिया ईजी। एड्डी वड्डी मल्टीप्लाई करन दा कोई लोड़ नहीं, ऑप्शनां ते जाओ एलिमिनेट करो तो नैक्सट अगे बढ़ो, ठीक है। सो भी हो तुहानूं सारिਆਂ ਨੂੰ इस सवाल भी अंडरस्टैंड हो गया होगा। सो नैक्सट मूव करते हैं जी। नैक्सट अपना सवाल है जी 25 नंबर, ठीक है। 25 नंबर सवाल आप शॉर्ट आउट करते हैं। सो इस विच आपां नूं कहा गया है, ये कहते एरिया ऑफ स्केयर 196, एक स्केयर का जिहड़ा खेत्रफल हैगा वो 196 है, ठीक है। कहते भी जिहड़ी साइड ऑफ स्केयर इज इक्वल टू द लेंथ ऑफ रैक्टेंगल, ठीक है। ब्रैथ उहदी 10 हैगी, तो फाइंड द पेरीमीटर ऑफ रैक्टेंगल। देखो आपां फाइंड करना जी ऐत का प्रमाप। मैं तुहानूं पंजाबी विच दस दिना। सब तो पहला ये कहते एक वर्ग का एरिया 196 है, उहदी एक साइड जिहड़ी वर्ग की वो बराबर हैगी लेंथ के ऐत की, ठीक है। ऐत की लंबाई के वर्ग की जिहड़ी भुजा है वो बराबर है, तो जिहड़ी ऐत की चौड़ाई है वो 10 है, ठीक है। ऐत का आपां पेरीमीटर कड्ढना है, तो ऐत का पेरीमीटर कड्ढण का फार्मूला की हुंदा जी 2L + B, ठीक है। अपने को ब्रैथ दी है जी 10, ब्रैथ अपने को दी है जी 10, ठीक है। तो आपां लेंथ फाइंड करनी है, ठीक है। जेकर आपां लेंथ फाइंड कर ली तो बहुत जल्दी आपां इस सवाल नूं शॉर्ट आउट कर सकते हैं, ठीक है। तो हुण आपां लेंथ फाइंड करते हैं। एक कहते एक स्केयर का जिहड़ा एरिया हैगा वो 196 है, ठीक है। सब तो पहला स्केयर के एरिया का फार्मूला तुहानूं पता होना चाहिए, साइड का स्केयर हुंदा जी, साइड का स्केयर हुंदा जी। साइड आपां मान लो जी x है, लैट कर लो साइड x है, ठीक है। x का स्केयर इज इक्वल टू 196, ठीक है, क्योंकि आपां नूं इन्हां ने एरिया दिता पे स्केयर का। तो हुण तुहानूं मैं कल करवाया सी जिहड़ा है इधर स्केयर हुंदा, इधर जाके अंडरूट बन जूगा, इधर जाके ये अंडरूट बन जूगा। एक रूल है मैथ का, ठीक है। तो x तो अंडरूट 196 जिसनूं आपां शॉर्ट आउट करांगे ये बन जूगा जी 14, x की वैल्यू अपनी हैगी 14, ठीक है। तो इत्थों आपां लेंथ कढ ली, क्यों कढ ली, क्योंकि आपां कड्ढी तो साइड है स्केयर की, बट इन्होंने कहा सवाल दे विच साइड ऑफ स्केयर इज इक्वल टू द लेंथ ऑफ रैक्टेंगल। जिहड़ी वर्ग की भुजा है वो इन्होंने कहा है जिहड़ी ऐत है उहदी लेंथ के बराबर है। तो ये आपां 14 कित्थे पुट आउट कर सकते हैं, इस 14 नूं आपां इत्थे पुट आउट कर सकते हैं, ठीक है। 14 ते 10 24 मल्टीप्लाई 2 इज इक्वल टू 48, 48 अपने को आ गई पेरीमीटर आ गया। ऑप्शन नंबर सी इसका आंसर है, ठीक है। इंपॉर्टेंट सवाल सीगा, सारिਆਂ ने स्टार मार्क कर लो। सवाल सौखा सी, थोड़ा जिहा समझण दी लोड़ सी। इहदे विच आपां नूं मेन पॉइंट की सीगा भी जिहड़ा स्केयर दा साइड अपनी हुंदी हैगी वो इन्हां ने कहा सी जिहड़ी रैक्टेंगल हैगी उसदी लेंथ दे बराबर है। ये चीज़ आपां नूं इस दे विच कही गई सी, ठीक है। तो फिर सवाल तुसीं ईजी शॉर्ट आउट जिहड़ा कर सकदे सी। भी होप तुहानूं सारिਆਂ नूं अंडरस्टैंड आ गया होगा। सो नैक्सट मूव करते हैं जी। नैक्सट अपना सवाल हैगा इस दे विच कहा गया है
डायगोनल ऑफ रेक्टेंगल इज 26 मीटर, ब्रेथ 24 मीटर, फाइंड द एरिया ऑफ स्क्वायर whose साइड इज इक्वल टू द लेंथ ऑफ रेक्टेंगल। ये ਆਪਾਂ ਨੂੰ ਕਹਿੰਦੇ ਭਾਈ ਇੱਕ ਐਤ ਹੈਗੀ, ਉਹਦਾ ਜਿਹੜਾ ਡਾਇਗੋਨਲ ਹੈ ਪੰਜਾਬੀ ਦੇ ਵਿੱਚ ਜਿਹਨੂੰ ਬਗਰਨ ਕਹਿੰਦੇ ਆ ਉਹ 26 ਮੀਟਰ ਹੈ ਤੇ ਐਤ ਦੀ ਜਿਹੜੀ ਚੜਾਈ ਆ ਉਹ 24 ਮੀਟਰ ਹੈ। ਦੇਖੋ ਨੋਟ ਕਰੋ, ਆਪਣੇ ਕੋਲੇ ਇੱਕ ਐਤ ਹੈਗੀ, ਠੀਕ ਹੈ, ਇਸ ਦਾ ਜਿਹੜਾ ਡਾਇਗੋਨਲ ਹੈ ਮੈਂ ਤੁਹਾਨੂੰ ਦੱਸਿਆ ਕਿ ਖੁੰਝੇ ਤੋਂ ਖੁੰਝਾ ਕੱਟ ਕਰਦਾ ਡਾਇਗੋਨਲ ਹੁੰਦਾ, ਇਹ 26 ਮੀਟਰ ਹੈ, ਠੀਕ ਹੈ ਜੀ। ਤੇ ਜਿਹੜੀ ਇਸ ਦੀ ਬ੍ਰੈਥ ਹੈਗੀ ਉਹ 24 ਮੀਟਰ ਹੈ, ਬ੍ਰੈਥ ਆਪਾਂ ਇਸ ਨੂੰ ਕਹਿੰਦੇ ਆਂਗੇ, ਠੀਕ ਹੈ ਜੀ। ਇਹਦਾ ਏਰੀਆ ਫਾਈਂਡ ਕਰਨਾ ਹੈ, ਇਸ ਰੈਕਟੈਂਗਲ ਦਾ ਏਰੀਆ ਫਾਈਂਡ ਕਰਨਾ ਹੈ, ठीक है। फाइंड द एरिया ऑफ स्क्वायर, सॉरी इसका नहीं करना, स्क्वायर का एरिया फाइंड करना है, ठीक है, स्क्वायर का एरिया फाइंड करना है अपना, ठीक है। इन्होंने अपन कहा गया फाइंड द एरिया ऑफ स्क्वायर, एक स्क्वायर है, ठीक है, इसका एरिया आप फाइंड आउट करना है, ठीक है। whose साइड इज इक्वल टू द लेंथ ऑफ रेक्टेंगल, तो ਜਿਹੜਾ ਆਪਣੇ ਕੋਲੇ ਆਹ ਸਕੁਅਰ ਹੈਗਾ, ਇਹ ਵਾਲਾ ਆਪਣਾ ਸਕੁਅਰ ਹੈਗਾ, ਇਹਦੀ ਸਾਈਡ ਨੂੰ ਲਿਟ ਕਰ ਲਓ a, ठीक है। ਤਾਂ ਇਹਨਾਂ ਨੇ ਕਿਹਾ a ਬਰਾਬਰ ਹੈਗੀ ਲੈਂਥ ਆਫ ਰੈਕਟੈਂਗਲ, ਮਤਲਬ ਇਸ ਐਤ ਦੀ ਲੰਬਾਈ ਦੇ ਬਰਾਬਰ ਹੈ। ਤਾਂ ਜਿਹੜੀ ਸਕੁਅਰ ਦੀ ਸਾਈਡ ਹੈ ਉਹ ਲੈਂਥ ਦੇ ਬਰਾਬਰ ਹੈਗੀ ਰੈਕਟੈਂਗਲ ਦੀ ਦੇ, ਤਾਂ ਆਪਾਂ a ਲੈਟ ਕਰ ਲੈਂਦੇ ਆ, ਠੀਕ ਹੈ। ਇਹ ਆਪਣੀ ਆ ਗਈ ਲੈਂਥ, ਠੀਕ ਹੈ। ਤਾਂ a ਦੀ ਵੈਲਿਊ ਫਾਈਂਡ ਆਊਟ ਕਰਕੇ ਆਪਾਂ ਜਿਹੜਾ ਸਕੁਅਰ ਹੈ ਉਸ ਦਾ ਆਪਾਂ ਜਿਹੜਾ ਖੇਤਰਫਲ ਕੱਢ ਸਕਦੇ ਹਾਂ, ਕਿਉਂਕਿ ਇਹਨਾਂ ਨੇ ਕਿ ਫਾਈਂਡ ਦਾ ਏਰੀਆ ਆਫ ਸਕੁਅਰ, ਠੀਕ ਹੈ। ਤਾਂ ਇੰਪੋਰਟੈਂਟ ਸਵਾਲ ਹੈਗਾ। ਹੁਣ ਮੈਂ ਤੁਹਾਨੂੰ ਪਿਛਲੀਆਂ ਕਲਾਸਾਂ 'ਚ ਤੁਸੀਂ ਨਹੀਂ ਦੇਖਿਆ, ਤੁਹਾਨੂੰ ਦਿੱਕਤ ਆਵੇਗੀ, ਠੀਕ ਹੈ, ਕਿਉਂਕਿ ਤੁਹਾਨੂੰ ਮੈਂ ਕਰਵਾਇਆਗਾ ਇੱਥੇ ਰਾਈਟ ਐਂਗਲ ਟ੍ਰਾਇੰਗਲ 90 ਦਾ ਕੋਣ ਬਣਦਾ ਹੈਗਾ, ਇੱਥੇ ਪਾਈਥਾਗੋਰਸ ਲੱਗਦੀ ਹੈ। ਇੱਕ ਇੰਪੋਰਟੈਂਟ ਹੁੰਦੇ ਨੇ ਟ੍ਰਿਪਲੇਟ, ਜਿਨ੍ਹਾਂ ਨੂੰ ਟ੍ਰਿਪਲੇਟ ਪਤਾ ਹੈ ਉਹ ਤਾਂ ਇਸ ਨੂੰ ਸਵਾਲ ਨੂੰ ਜਿਹੜਾ ਉਹਨਾਂ ਨੇ ਮਨ ਵਿੱਚ ਕਰ ਲਿਆ ਹੋਵੇਗਾ, ਕਿਉਂਕਿ ਇੱਕ ਟ੍ਰਿਪਲੇਟ ਹੁੰਦਾ 5 12 13, ਠੀਕ ਹੈ, 5 12 13, ਠੀਕ ਹੈ। ਤਾਂ ਇੱਥੇ ਆਪਣਾ ਜਿਹੜਾ 13 ਹੈ ਇਹ ਡਾਇਗੋਨਲ ਹੁੰਦਾ ਹੈਗਾ, ਡਾਇਗੋਨਲ ਆਪਾਂ ਇਹਨਾਂ ਨੂੰ 26 ਦਿੱਤਾ, ਇਹਨਾਂ ਨੇ ਆਪਾਂ ਨੂੰ 26 ਦਿੱਤਾ, ठीक है। 13 दूना 26 मतलब 2 का मल्टीप्लाई चल रहा है, 12 दूना 24, 5 दूनी 10, 10 अपने को निकलिया है जी, 10 अपने को निकलिया जी रैक्टेंगल की साइड, 10 अपने को निकले जी ए की वैल्यू मीनस रैक्टेंगल की लेंथ, ठीक है। तो इस तो आप हुण स्क्वायर का एरिया कढ़ सकते हैं, क्योंकि जी रैक्टेंगल की लेंथ है वो स्क्वायर के एरिए के बराबर है, ठीक है ना। मैं तुहानूं दस्सिया सीगा। एक तरीका तो ये है भी तुसीं ट्रिपलेट याद रखो, जेकर तुहाडी ट्रिपलेट नहीं याद या तुसीं एग्जाम दे विच ट्रिपलेट भुल गए तो तुसीं आह फार्मूला लगा लो। मैं तुहानूं फार्मूला करवाया होया डायगोनल कड्ढण दा, रैक्टेंगल दे डायगोनल दा फार्मूला हुंदा है जी अंडरूट एल स्क्वायर प्लस बी स्क्वायर, ये मैं तुहानूं करवाया होया है, ठीक है। तो तुहानूं 26 की दिता होया, देखो 26 की दिता होया, डायगोनल ऑफ रैक्टेंगल अपने कोल 26 हैगा, तो 26 भर लो डायगोनल की जगह ते, ठीक है। लेंथ स्क्वायर, लेंथ आपां फाइंड आउट करनी है, ए लेट करिए तो ए दा स्क्वायर कर दो इत्थे, ठीक है जी। ब्रैथ स्क्वायर, ब्रैथ अपने को कितनी है जी, ब्रैथ अपने को कितनी है जी, ब्रैथ इन्होंने अपन दी हैगी 24, ठीक है। सो इत्थे 24 का स्क्वायर पुट कर लो, ठीक है जी। तो ਜਿਹੜਾ अपना ये अंडरूट हैगा इधर आके स्क्वायर बन जाता है, मैं तुहानूं करवाया है बहुत बारी करवाता भी ਜਿਹੜਾ अंडरूट ਹੁੰਦਾ ਹੈਗਾ इधर वग गया स्क्वायर बन जू, जे इधर स्क्वायर है तो इधर वग गया अंडरूट बन जू, ये इंपॉर्टेंट है, याद रखना फैक्ट, ठीक है। तो 26 का स्क्वायर कितना होंदा 676, ठीक है। 24 का स्क्वायर कितना होंदा 576, ये 576 इधर आके माइनस का बन जू, ठीक है जी, इज इक्वल टू ए स्क्वायर। 676 तो 576 माइनस कर कितना आ गया जी 100, ठीक है, इज इक्वल टू ए स्क्वायर। तो ए स्क्वायर इधर आके मैं तुहानूं करवाया है अंडरूट बन जाता है, ठीक है। तो ए की वैल्यू कितनी आ गई अपने को, ए की वैल्यू आ गई अपने को 10, ठीक है। ए की वैल्यू 10 आ गई, हुण अपने को क्या है जी ए 10 हैगी, तो आप फाइंड करना है फाइंड द एरिया ऑफ स्क्वायर। तो जो अपने को ए की वैल्यू 10 है तो स्क्वायर का एरिया कढ़ सकते हैं, 10 का स्क्वायर कितना हो गया जी 100, ठीक है। ऑप्शन नंबर ए राइट आंसर है। बी होप तुहानूं सारिआं नूं सवाल समझ आ गया होगा। सवाल दे विच आपां नूं डायगोनल दित्ता सी ऐत दा, ऐत दी आपां नूं ब्रैथ दित्ती सी, उत्थों आप उसकी लेंथ कढ़ ली, लेंथ इन्होंने कहा सीगा वर्ग के भुजा के बराबर है, फिर आप लेंथ कढ़ के वर्ग की भुजा लिख ली, उस तो बाद आप एरिया फाइंड आउट कर लिया वर्ग का। इंपॉर्टेंट सवाल सीगा, भी होप तुहानूं सारिआं नूं समझ आ गया होगा। वीडियो पॉज करना, अपने आप कढ़ के देखना, फिर तुसीं वीडियो देखना, ठीक है। चलो जी नैक्सट मूव करते हैं। नैक्सट सवाल है जी 27 नंबर सवाल, इंपॉर्टेंट सवाल, स्टार मार्क कर लो जी, तुहानूं एग्जाम दे विच आ सकदा है ETT पोस्टर्स दे विच, ठीक है। सो इस विच आपां नूं कहा गया है लेंथ ऑफ रैक्टेंगल फील्ड इज थ्राइस द ब्रेथ। देखो एक रैक्टेंगल है,
ठीक है जी। इसकी जी लेंथ हैगी जी इसकी ब्रैथ है वह 3 गुणा है। जेकर इसकी ब्रैथ x है तो इसका 3 गुणा जी लेंथ होगी 3x होगी। पहली लाइन को आप सॉल्व कर लिया। अगे की कहा है इफ द कोस्ट ऑफ कल्टीवेटिंग द फील्ड एट रेट 12 पर स्केयर मीटर इज 3600 रुपया लगता है। देखो इंपॉर्टेंट है, इस लाइन में ध्यान नाल पढ़ना सारे जाने ने। ये आपां कहते एक जी कल्टीवेट करनी है, ये फील्ड हैगी, इस ये फील्ड हैगी, ठीक है, ये फील्ड हैगी। तो इसनूं कहते कल्टीवेटिंग करने लई 12 पर स्केयर मीटर के हिसाब नाल 3600 रुपये का खर्च आता है। ठीक है, जी आह रैड कलर की मैं तुहानूं करी है, ये फील्ड से 3600 रुपये का खर्च आता है। ठीक है, 1200 पर स्केयर मीटर के हिसाब नाल। ठीक है, इंपॉर्टेंट है, नोट करो सारे जने। टोटल एक्सपेंडिचर मीनस टोटल खर्चा। ठीक है, टोटल खर्चा बटा पर स्केयर मीटर का एक्सपेंडिचर, पर स्केयर मिटर का एक्सपेंडिचर जो इन्हों आप डिवाइड करेंगे अपने को निकल आएगा जी एरिया। सारे जाने नोट कर लो, सारे जाने नोट कर लो, इंपॉर्टेंट है। जो आप टोटल खर्चे के विचों डिवाइड करा पर स्केयर मीटर के खर्चे से अपने को एरिया निकल आएगा। इंपॉर्टेंट है तुहाडे लई। ठीक है, इसनूं याद रखना। सो टोटल खर्चा कितना है जी? टोटल खर्चा 3600 है। पर स्केयर मीटर का अपना 12 रुपये लग रहा है। ठीक है, तो अपने को कितना आ गया टोटल जो एरिया आ गया वो आ गया 300। ठीक है जी, तो अपन क्या बट यदा पैरीमीटर कढ़ना रैक्टेंगल का, तो जो अपने को एरिया 300 आ गया, एरिया का फार्मूला होंगे जी लेंथ गुणा ब्रैथ। लेंथ अपने को जी 3x, लेंथ अपने को 3x, ब्रैथ अपने को x क्योंकि वो 3 गुणा है। टोटल अपने को एरिया कितना जी 300। ठीक है, इसमें आप शॉर्ट आउट कर सकते हैं। ठीक है, ये अपने को कितना बन गया 3x स्क्वायर इज इक्वल टू 300। ठीक है, इसमें आप शॉर्ट आउट किया, ये अपने को बच गया 100x स्क्वायर। ठीक है, तो ये अगे अपने को बन जाएगा जी 100 अंडूट बन जाएगा इधर आके x स्क्वायर, इधर x रह जाएगी। x अपने को कितनी आएगी जी 10। ठीक है, x अपने को कितनी आएगी जी 10, मतलब x 10 आ गई मीनज ब्रैथ अपने को 10 आ गई, ब्रैथ अपनी 10 आ गई। ठीक है, लेंथ उसकी 3 गुणा मतलब 10 30 आ गई। ठीक है, तो हुण आपां कड्ढना है जी प्रमाप। ये जी अपने को ऐत है, हुण आपां इसका प्रमाप कड्ढना है। प्रमाप का फार्मूला होंदा जी 2l + b। ठीक है, 30 × 10 40 मल्टीप्लाई 2 इज इक्वल टू 80 18। ठीक है, ऑप्शन नंबर सी इसका आंसर है। इंपॉर्टेंट सवाल सी, सारे कैंडिडेट्स नोट करन अपनी नोटबुक से भी जो टोटल एक्सपेंडिचर बटा पर स्केयर का एक्सपेंडिचर, इस तो आप एरिया फाइंड आउट कर सकते हैं। इंपॉर्टेंट यही सीगा इत्थे। ठीक है, जिसनूं ये चीज़ पता सी उसने सवाल कढ़ लिया होगा, क्योंकि जी लेंथ सी वो ब्रैथ का 3 गुणा अपन सवाल दे विच कही सी। लेंथ ब्रैथ का 3 गुणा अपन सवाल दे विच कही सी। ठीक है, उसनूं आपां कर लिया, तो अगे आपां एरिया अपन 300 आपां कढ़िया सी। ठीक है, इत्थों आपां एक्स की वैल्यू फाइंड आउट कर ली, एक्स की वैल्यू फाइंड आउट करके आपां ब्रैथ कढ़ ली, फिर लेंथ कढ़ ली, उसका 3 गुणा सी। लेंथ ब्रैथ कढ़ के आपां परिमाप तो आपां कढ़ ही सकते हैं इदां। ठीक है, उत्थों आपां परिमाप कढ़ लिया। भी होव तुहानूं सारिਆਂ ਨੂੰ ਇਹ सवाल अंडरस्टैंड हो गया होगा। सो जे किसी भी तरह का तुहानूं डाउट लग रहा है तो कमेंट कर दो, कोई गल नहीं। ठीक है, कितने कोई दिक्कत आती है किसी भी स्टूडेंट को। सो नैक्सट मूव करते हैं जी। नैक्सट है 28 नंबर सवाल। इस कहा गया है लेंथ ऑफ रैक्टेंगल एक्सीड्स इट्स ब्रैथ बाय 7। देखो ये अपने को रैक्टेंगल हैगी। ठीक है, यदि जी लेंथ हैगी वो 7 ज़्यादा है, एक्सीड होंगे एक्सीड्स होंगे प्लस। ठीक है, तो जी लेंथ हैगी वो 7 ज़्यादा ब्रैथ तो, मतलब जी ब्रैथ x है तो लेंथ x + 7 है। इफ द पैरीमीटर ऑफ रैक्टेंगल इज 126। देखो पैरीमीटर का फार्मूला जी रैक्टेंगल का 2l + b। ठीक है, अपने को रैक्टेंगल की पैरीमीटर इन्होंने दी हैगी 126। ठीक है जी, सो इस तो फाइंड आउट कर सकते हैं 2 लेंथ कितनी है, लेंथ अपने को x + 7 क्योंकि ब्रैथ तो 7 ज़्यादा हैगी। ठीक है, ब्रैथ अपने को कितनी है जी x। ठीक है, सो इतों फाइंड आउट कर सकते हैं 6 दूनी 12 3 दूनी 6 x की वैल्यू। ठीक है, ये अपने को बन गया 2x। ठीक है, + 7 7 इधर आके माइनस का हो गया 63 - 7 इज इक्वल टू 2x। ठीक है, 63 तो 7 कढ़िए कितना बन गया 56 इज इक्वल टू 2x। ठीक है, 28 दूना 56, x की वैल्यू अपने को हैगी जी 28। कढ़ना की सीगा बट विल बी द ब्रैथ ऑफ द रैक्टेंगल। देखो ब्रैथ कढ़नी सी आपां, चौड़ाई कढ़नी सी, चौड़ाई आपां x मन्नी सी। ठीक है, सो x की वैल्यू अपने को आई 28 गई। ठीक है, तो ये अपने को कितनी आ गई जी ब्रैथ अपने को 28 आ गई। हुण ऑप्शन दे विच 28 किहड़ी च, ऑप्शन नंबर ए इज द राइट आंसर है।
ਵੀ ਹੋਪ ਤੁਹਾਨੂੰ ਸਾਰਿਆਂ ਨੂੰ ਸਵਾਲ ਸਮਝ ਆ ਗਿਆ ਹੋਊਗਾ। ਪਹਿਲੀ ਲਾਈਨ ਸਮਝਣ ਦੀ ਲੋੜ ਸੀ ਵੀ ਲੈਂਥ ਬ੍ਰੈਥ ਤੋਂ 7 ਜ਼ਿਆਦਾ ਹੈ। ਜਦੋਂ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਲੈਂਥ ਬ੍ਰੈਥ ਤੋਂ 7 ਜ਼ਿਆਦਾ ਹੈ ਤਾਂ ਤੁਸੀਂ ਇਸ ਨੂੰ ਫਾਰਮੂਲੇ ਵਿੱਚ ਪੁੱਟ ਕਰਕੇ ਕੱਢਣਾ ਸੀਗਾ। ਉਸ ਤੋਂ ਬਾਅਦ ਤਾਂ ਵੈਰੀ ਸਿੰਪਲ ਸਵਾਲ ਸੀਗਾ, ਇੰਪੋਰਟੈਂਟ ਸਵਾਲ ਸੀਗਾ। ਨੈਕਸਟ ਮੂਵ ਕਰਦੇ ਹਾਂ ਜੀ। ਜੇਕਰ ਤੁਹਾਨੂੰ ਸਾਡੀਆਂ ਕਲਾਸਿਸ ਵਧੀਆ ਲੱਗ ਰਹੀਆਂ ਨੇ ਪਲੀਜ਼ ਵੀਡੀਓ ਨੂੰ ਰਿਕਮੈਂਡ ਕਰਿਓ, ਆਪਣੇ ਫਰੈਂਡ ਸਰਕਲ, ਗਰੁੱਪ ਸਰਕਲ ਸਾਰੇ ਕਿਤੇ ਸ਼ੇਅਰ ਜ਼ਰੂਰ ਕਰ ਦਿਓ। ਸੋ ਨੈਕਸਟ ਹੈ ਜੀ ਕੁਐਸਚਨ ਨੰਬਰ 29। ਇਸ ਵਿੱਚ ਕਿਹਾ ਗਿਆ ਏਰੀਆ ਆਫ ਰੈਕਟੈਂਗਲ 180 ਸਕੁਅਰ ਮੀਟਰ। ਇੱਕ ਕਹਿੰਦੇ ਐਤ ਦਾ ਖੇਤਰਫਲ 180 ਸਕੁਅਰ ਸੈਂਟੀਮੀਟਰ ਹੈਗਾ। ਇਫ ਦਾ ਲੈਂਥ ਆਫ ਰੈਕਟੈਂਗਲ ਇਜ਼ 3 ਮੋਰ ਦੈਨ ਇਟਸ ਬ੍ਰੈਥ। ਇੰਪੋਰਟੈਂਟ ਹੈ ਤੁਹਾਡੇ ਲਈ, ਇੰਪੋਰਟੈਂਟ ਹੈ ਤੁਹਾਡੇ ਲਈ। ਇਹ ਕਹਿੰਦੇ ਇੱਕ ਰੈਕਟੈਂਗਲ ਹੈਗੀ, ਠੀਕ ਹੈ, ਉਸ ਦਾ ਜਿਹੜਾ ਏਰੀਆ ਦੇਖੋ ਵਿਚਲਾ ਏਰੀਆ ਹੁੰਦਾ ਸਾਰਾ, ਤਾਂ ਏਰੀਆ ਆਪਣੇ ਕੋਲ 180 ਹੈਗਾ, ਠੀਕ ਹੈ। ਇਫ ਦਾ ਲੈਂਥ ਆਫ ਰੈਕਟੈਂਗਲ 3 ਮੋਰ ਦੈਨ ਬ੍ਰੈਥ, ਦੇਖੋ ਜੇ ਬ੍ਰੈਥ x ਹੈ ਤਾਂ ਇਹ ਆਪਣੇ ਕੋਲ x + 3 ਹੈ, ਠੀਕ ਹੈ। ਇਹੀ ਆਪਾਂ ਨੂੰ ਕਿਹਾ ਗਿਆ ਸਵਾਲ ਦੇ ਵਿੱਚ, ਠੀਕ ਹੈ ਜੀ। ਸੋ ਇਹੀ ਆਪਾਂ ਨੂੰ ਸਵਾਲ ਦੇ ਵਿੱਚ ਕਿਹਾ ਗਿਆ ਵੀ ਜੇਕਰ ਲੈਂਥ ਆਫ ਰੈਕਟੈਂਗਲ 3 ਮੋਰ ਦੈਨ ਹੈ ਬ੍ਰੈਥ, ਬ੍ਰੈਥ ਜੇਕਰ x ਹੈ ਤਾਂ ਲੈਂਥ x + 3 ਹੈ, ਠੀਕ ਹੈ। ਬਟ ਇਸ ਦਾ ਬ੍ਰੈਥ ਆਫ ਰੈਕਟੈਂਗਲ, ਇਹ x ਦੀ ਵੈਲਿਊ ਆਪਾਂ ਫਾਈਂਡ ਆਊਟ ਕਰਨੀ ਹੈਗੀ। ਤਾਂ ਆਪਣੇ ਕੋਲ ਏਰੀਆ ਦਾ ਫਾਰਮੂਲਾ ਹੁੰਦਾ ਜੀ ਲੈਂਥ ਗੁਣਾ ਬ੍ਰੈਥ, ਠੀਕ ਹੈ। ਏਰੀਆ ਆਪਣਾ ਕਿੰਨਾ ਜੀ, ਏਰੀਆ ਆਪਾਂ ਨੂੰ ਦਿੱਤਾ ਹੋਇਆ 180, ਲੈਂਥ ਆਪਾਂ ਨੂੰ ਦਿੱਤੀ ਹੈ ਜੀ x + 3, ਠੀਕ ਹੈ। ਆਪਾਂ ਲੈਟ ਕਰੀਏ ਬ੍ਰੈਥ ਆਪਣੇ ਕੋਲ ਜੀ x, ਠੀਕ ਹੈ। ਇਸ ਨੂੰ ਆਪਾਂ ਸ਼ਾਰਟ ਆਊਟ ਕਰ ਸਕਦੇ ਹਾਂ 180, ਠੀਕ ਹੈ। ਇਹ ਆਪਣੇ ਕੋਲ ਕਿੰਨਾ ਬਣ ਗਿਆ ਜੀ x ਸਕੁਅਰ + 3x, ਠੀਕ ਹੈ ਜੀ। ਸੋ 180 ਇਧਰ ਆ ਕੇ ਮਾਈਨਸ ਹੋ ਜਾਵੇਗਾ, x ਸਕੁਅਰ + 3x - 180, ਠੀਕ ਹੈ। ਇਹ ਤਾਂ ਆਪਣੀ ਬਣ ਗਈ ਇਕੁਏਸ਼ਨ, ਠੀਕ ਹੈ ਜੀ। ਇਸ ਨੂੰ ਤੁਹਾਨੂੰ ਸੋਲਵ ਕਰਨਾ ਪਵੇਗਾ, ਠੀਕ ਹੈ। ਜੇਕਰ ਤੁਸੀਂ ਸੋਲਵ ਕਰ ਸਕਦੇ ਹੋ ਇਸ ਨੂੰ ਕਰ ਲਿਓ। 15 12 ਦੇ ਇਸ ਦੇ ਵਿੱਚ ਫੈਕਟਰ ਬਣਨਗੇ, ਮੀਨਸ ਡਿਫਰੈਂਸ 3 ਦਾ ਵੀ 15 × 12, ਠੀਕ ਹੈ, ਤੇ ਮਲਟੀਪਲਾਈ 180 ਆ ਵੀ, ਠੀਕ ਹੈ। ਇਹ ਬਣੇਗਾ ਤੁਹਾਡਾ ਇਸ ਦੇ ਵਿੱਚ ਜਿਹੜਾ ਇਕੁਏਸ਼ਨ ਦਾ ਨੈਕਸਟ ਪਾਰਟ ਬਣੇਗਾ। ਸੋ ਇਸ ਨੂੰ ਸ਼ਾਰਟ ਆਊਟ ਵੀ ਕਰ ਸਕਦੇ ਹੋ। ਇੱਕ ਤਰੀਕਾ ਮੈਂ ਤੁਹਾਨੂੰ ਹੋਰ ਦੱਸ ਦਾਂਗਾ, ਸਿੱਧਾ ਦੇਸੀ ਤਰੀਕਾ। ਦੇਖੋ ਇੱਧਰ ਆ ਜਾਓ, ਇਹਨਾਂ ਨੇ ਆਪਾਂ ਨੂੰ ਏਰੀਆ ਕਿਹਾ ਜੀ 180, ਠੀਕ ਹੈ। ਇਹ ਕਹਿੰਦੇ ਵੀ ਜਿਹੜੀ ਲੈਂਥ ਹੈਗੀ ਉਹ 3 ਜ਼ਿਆਦਾ ਹੋਵੇ, ਲੈਂਥ 3 ਜ਼ਿਆਦਾ ਹੈਗੀ ਬ੍ਰੈਥ ਨਾਲੋਂ, ਠੀਕ ਹੈ। ਮਲਟੀਪਲਾਈ ਇਹਨਾਂ ਦਾ 180 ਬਣੇ, ਠੀਕ ਹੈ। ਤਾਂ ਤੁਸੀਂ ਮਾਈਂਡ ਦੇ ਵਿੱਚ ਆਪਸ਼ਨਾਂ ਤੇ ਚਲੇ ਜਾਓ। ਆਪਾਂ ਕੱਢਣੀ ਕੀ ਹੈ, ਬ੍ਰੈਥ ਕੱਢਣੀ ਹੈ। ਆਪਾਂ ਬ੍ਰੈਥ ਕੱਢਣੀ ਹੈ ਨਾ, ਤਾਂ ਪਹਿਲੀ ਆਪਸ਼ਨ ਤੇ ਚੱਲੋ। ਬ੍ਰੈਥ ਆਪਾਂ ਮੰਨ ਲਓ 15, ਠੀਕ ਹੈ। ਹੁਣ ਆਪਾਂ ਆਨਸਰ 15 ਹੈਗਾ, ਠੀਕ ਹੈ, ਕਿਉਂਕਿ ਬ੍ਰੈਥ ਫਾਈਂਡ ਕਰਨੀ ਹੈ। ਇਹ ਆਪਸ਼ਨ ਆਪਣੀ 15 ਹੈਗੀ, ਤਾਂ ਬ੍ਰੈਥ ਆਪਣੀ 15 ਆ ਗਈ, ਠੀਕ ਹੈ। ਜੇਕਰ ਬ੍ਰੈਥ 15 ਆ ਗਈ ਤਾਂ ਇਹ 18 ਬਣੂਗੀ। 15 ਤੇ 18 ਦਾ ਮਲਟੀਪਲਾਈ 180 ਬਣ ਰਿਹਾ, ਨਹੀਂ ਬਣ ਰਿਹਾ। 180 ਬਣ ਰਿਹਾ, ਨਹੀਂ ਬਣ ਰਿਹਾ, ਠੀਕ ਹੈ। ਤਾਂ ਇਹ ਆਪਸ਼ਨ ਜਿਹੜੀ ਗਲਤ ਹੈਗੀ। ਸੈਕੰਡ ਆਪਸ਼ਨ ਤੇ ਚਲੇ ਜਾਓ। ਸੈਕੰਡ ਆਪਸ਼ਨ ਵਿੱਚ ਆਪਾਂ ਨੂੰ ਬ੍ਰੈਥ ਕਿੰਨੀ ਦਿੱਤੀ ਇਹਨਾਂ ਨੇ, ਸੈਕੰਡ ਆਪਸ਼ਨ ਵਿੱਚ ਇਹਨਾਂ ਨੇ ਬ੍ਰੈਥ ਆਪਾਂ ਨੂੰ ਦਿੱਤੀ ਹੈ ਜੀ, ਬ੍ਰੈਥ ਆਪਾਂ ਨੂੰ ਦਿੱਤੀ ਹੈ 12, ਠੀਕ ਹੈ। ਬ੍ਰੈਥ ਆਪਾਂ ਨੂੰ 12 ਦਿੱਤੀ ਹੈ, 12 ਦੇ ਵਿੱਚ 3 ਜੋੜੇ 15, ਠੀਕ ਹੈ। ਤੇ ਕਿੰਨਾ ਬਣ ਗਿਆ, 180 ਬਣ ਗਿਆ, ਹਾਂਜੀ ਬਣ ਰਿਹਾ। ਇਹ ਆਪਸ਼ਨ ਬਿਲਕੁਲ ਰਾਈਟ ਹੈ, ਇਹ ਆਪਸ਼ਨ ਬਿਲਕੁਲ ਰਾਈਟ ਹੈ, ਕਿਉਂਕਿ ਇਹਨਾਂ ਡਿਫਰੈਂਸ 3 ਦਾ ਬਣ ਰਿਹਾ, ਮਲਟੀਪਲਾਈ 180 ਬਣ ਰਿਹਾ, ਠੀਕ ਹੈ। ਤਾਂ ਇਸ ਤਰ੍ਹਾਂ ਸਵਾਲ ਸੋਲਵ ਆਊਟ ਕਰਿਆ ਕਰੋ। ਜੇਕਰ ਇਸ ਇਕੁਏਸ਼ਨ ਦੇ ਚੱਕਰ ਵਿੱਚ ਪੈ ਗਏ ਇੰਨਾ ਟਾਈਮ ਨਹੀਂ ਹੁੰਦਾ, ਆਪਸ਼ਨਾਂ ਤੇ ਜਾਇਆ ਕਰੋ, ਸਿੱਧਾ ਡਾਇਰੈਕਟ ਸਵਾਲ ਨੂੰ ਕਰਿਆ ਕਰੋ, ਠੀਕ ਹੈ। ਆਪਸ਼ਨਾਂ ਚੱਕੋ, ਆਪਸ਼ਨ ਦੇ ਵਿੱਚ ਆਪਾਂ ਬ੍ਰੈਥ ਕੱਢਣੀ ਸੀ, ਬ੍ਰੈਥ ਵਾਲੀਆਂ ਆਪਸ਼ਨਾਂ ਚੱਕ ਲਈਆਂ, ਉਹਨਾਂ ਨੂੰ ਫਿਲ ਕਰਤਾ, ਸਵਾਲ ਆਪਣਾ ਸ਼ਾਰਟ ਆਊਟ ਹੋ ਗਿਆ। ਵੀ ਹੋਪ ਤੁਹਾਨੂੰ ਸਾਰਿਆਂ ਨੂੰ ਅੰਡਰਸਟੈਂਡ ਹੋ ਗਿਆ ਹੋਵੇਗਾ। ਸੋ ਨੈਕਸਟ ਮੂਵ ਕਰਦੇ ਹਾਂ। ਨੈਕਸਟ 30 ਨੰਬਰ ਸਵਾਲ। ਇਸ ਵਿੱਚ ਕਿਹਾ ਗਿਆ ਪੈਰੀਮੀਟਰ ਆਫ ਸਕੁਅਰ ਇਜ਼ ਇਕੁਅਲ ਟੂ ਦਾ ਪੈਰੀਮੀਟਰ ਆਫ ਰੈਕਟੈਂਗਲ ਆਫ ਲੈਂਥ ਇਜ਼ 30 ਮੀਟਰ, ਠੀਕ ਹੈ। ਇਹ ਕਹਿੰਦੇ ਜਿਹੜਾ ਸਕੁਅਰ ਦਾ ਪੈਰੀਮੀਟਰ ਹੈ, ਸਕੁਅਰ ਦੇ ਪੈਰੀਮੀਟਰ ਦਾ ਫਾਰਮੂਲਾ ਹੁੰਦਾ ਜੀ 4a ਬਰਾਬਰ ਹੈਗਾ ਪੈਰੀਮੀਟਰ ਆਫ ਰੈਕਟੈਂਗਲ। ਰੈਕਟੈਂਗਲ ਦੇ ਪੈਰੀਮੀਟਰ ਦਾ ਫਾਰਮੂਲਾ ਹੁੰਦਾ ਜੀ 2l + b। l ਆਪਣੇ ਕੋਲ 30 ਦਿੱਤੀ ਹੈ, l ਆਪਣੇ ਕੋਲ 30 ਦਿੱਤੀ ਹੈ। ਬ੍ਰੈਥ ਆਪਾਂ ਫਾਈਂਡ ਕਰਨੀ ਹੈ, ਠੀਕ ਹੈ। ਜੇਕਰ ਬ੍ਰੈਥ ਨਿਕਲਿਆ ਹੋਵੇ ਆਪਣਾ ਤਾਂ ਸਾਈਡ ਆਫ ਸਕੁਅਰ ਆਪਾਂ ਕੱਢ ਸਕਦੇ ਹਾਂ, ਕਿਉਂਕਿ ਇਹ ਬਰਾਬਰ ਨੇ। ਸਮਝ ਗਏ ਜੀ। ਦੁਬਾਰਾ ਫਿਰ ਮੈਂ ਇੱਕ ਵਾਰ ਦੱਸ ਦਿੰਦਾ। ਇਹਨਾਂ ਨੇ ਆਪਾਂ ਨੂੰ ਕਿਹਾ ਹੈ ਪੈਰੀਮੀਟਰ ਹੈ ਜਿਹੜਾ ਸਕੁਅਰ ਦਾ ਉਹ ਬਰਾਬਰ ਹੈਗਾ ਰੈਕਟੈਂਗਲ ਦੇ ਪੈਰੀਮੀਟਰ ਦੇ, ਠੀਕ ਹੈ। ਮਤਲਬ ਇਹਨਾਂ ਨੇ ਕਿਹਾ 4a ਇਜ਼ ਇਕੁਅਲ ਟੂ 2l + b, ਇਸ ਦੇ ਬਰਾਬਰ ਹੈਗਾ, ਠੀਕ ਹੈ। ਤਾਂ ਇੱਥੇ ਆਪਾਂ ਫਾਈਂਡ ਕਰਨੀ ਹੈਗੀ ਸਾਈਡ ਆਫ ਸਕੁਅਰ, ਮਤਲਬ a ਦੀ ਵੈਲਿਊ ਫਾਈਂਡ ਕਰਨੀ ਹੈ। ਤਾਂ ਜੇਕਰ ਆਪਣੇ ਕੋਲ ਪੈਰੀਮੀਟਰ ਨਿਕਲਿਆ ਹੋਵੇ, ਠੀਕ ਹੈ, ਲੈਂਥ ਤੇ ਬ੍ਰੈਥ ਹੋਣ, ਤਾਂ ਆਪਾਂ ਇਹ ਫਾਈਂਡ ਕਰ ਸਕਦੇ ਹਾਂ। ਲੈਂਥ ਆਪਣੇ ਕੋਲ ਦਿੱਤੀ ਹੈ 30, ਇਹਨਾਂ ਨੇ ਕਿਹਾ ਦਾ ਏਰੀਆ ਆਫ ਰੈਕਟੈਂਗਲ 360, ਏਰੀਆ ਲੈਂਥ ਗੁਣਾ ਬ੍ਰੈਥ, ਏਰੀਆ ਆਪਣੇ ਕੋਲ 360 ਹੈ, ਠੀਕ ਹੈ। ਲੈਂਥ ਆਪਣੇ ਕੋਲ 30 ਹੈ, ਇੱਥੋਂ ਆਪਾਂ ਬ੍ਰੈਥ ਫਾਈਂਡ ਆਊਟ ਕਰ ਸਕਦੇ ਹਾਂ।
ਬ੍ਰੈਥ ਕਿੰਨੀ ਆ ਗਈ ਜੀ, ਬ੍ਰੈਥ ਆਪਣੀ ਆ ਗਈ ਜੀ 12 30 36, ਬ੍ਰੈਥ ਆਪਣੀ ਆ ਗਈ 12, ਠੀਕ ਹੈ। ਤਾਂ ਇੱਥੇ 12 ਦੀ ਵੈਲਿਊ ਪੁੱਟ ਕਰੋ, 30 ਤੇ 12 42, 42 ਦੂਣਾ ਆਪਣੇ ਕੋਲ ਕਿੰਨਾ ਬਣ ਗਿਆ ਜੀ, 42 ਦੂਣਾ ਆਪਣੇ ਕੋਲ ਬਣ ਗਿਆ 84, ਠੀਕ ਹੈ। 4a = 84, ਮਤਲਬ 4 ਦੂਣੀ 8, 21 ਚੌਕਾ 84, ਠੀਕ ਹੈ। ਜਿਹੜੀ ਸਾਈਡ ਆਫ ਸਕੁਅਰ ਆ ਗਈ ਉਹ 21 ਆ ਗਈ, ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈਗਾ। ਇੰਪੋਰਟੈਂਟ ਸਵਾਲ ਸੀਗਾ, ਠੀਕ ਹੈ। ਇਸ ਨੂੰ ਵੀ ਸਟਾਰ ਮਾਰਕ ਕਰ ਲਓ। ਜੇਕਰ ਤੁਹਾਨੂੰ ਨਹੀਂ ਸਮਝ ਆਇਆ ਦੁਬਾਰਾ ਵੀਡੀਓ ਦੇਖੋ, ਬੈਕ ਕਰਿਓ, ਠੀਕ ਹੈ। ਜਿੰਨੇ ਵੀ ਆਪਾਂ ਅੱਜ 10 ਸਵਾਲ ਕਰੇ ਨੇ, 10 ਕੁਐਸਚਨਸ ਤੁਹਾਡੇ ਨਾਲ ਡਿਸਕਸ਼ਨ ਕਰੇ ਨੇ, ਸਾਰੇ ਇੰਪੋਰਟੈਂਟ ਸੀਗੀ, ਠੀਕ ਹੈ। ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਕੁਐਸਚਨ ਕੋਈ ਡਾਊਟ ਲੱਗਿਆ ਕਮੈਂਟ ਕਰ ਦਿਓ, ਠੀਕ ਹੈ। ਇੱਕ ਰਿਕਵੈਸਟ ਤੁਹਾਨੂੰ ਸਾਰਿਆਂ ਨੂੰ, ਵੀਡੀਓ ਵਧੀਆ ਲੱਗੀ ਲਾਈਕ ਸਾਰੇ ਜਣੇ ਕਰ ਦਿਓ। ਸੋ ਮਿਲਦੇ ਹਾਂ ਫਿਰ ਨੈਕਸਟ ਕਲਾਸ ਵਿੱਚ। ਥੈਂਕਸ ਫॉर ਵਾਚਿੰਗ, ਟੇਕ ਕੇਅਰ।